ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਦਸਮ ਗੁਰੂ ਸਾਹਿਬਾਨ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਅਸੀਂ ਕੱਲ ਕਰ ਰਹੇ ਸੀਗੇ। 8ਵੀਂ ਪੌੜੀ ਅਸੀਂ ਕੱਲ ਕਰੀ ਹੈ, ਜਿਹਦੇ ਵਿੱਚ ਸਾਹਿਬ ਨੇ ਦੁਨੀਆ ਵਿੱਚ ਰਹਿੰਦੇ ਹੋਏ ਅਧਿਆਤਮ ਨੂੰ ਕਮਾਉਣ ਦੀ ਵਿਧੀ, ਮੈਥਡ ਸਾਨੂੰ ਦੱਸਿਆ ਹੈ। ਦੋ ਸ਼ਬਦ ਇਸ ਡਾਇਲੋਗ ਦੇ ਵਿੱਚ ਨਿਰੰਤਰ ਦਰਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ, ਇੱਕ ਨਾਮ ਔਰ ਇੱਕ ਸ਼ਬਦ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਸਾਨੂੰ ਇਹਨਾਂ ਦੋਨਾਂ ਸ਼ਬਦਾਂ ਨਾਲ ਇੱਕਮਿਕ ਹੋਣਾ ਦੱਸ ਰਹੇ ਹਨ, ਸਾਨੂੰ ਇੱਕ ਰਸਤਾ ਦੱਸ ਰਹੇ ਹਨ, ਇੱਕ ਮੈਥਡ, ਇੱਕ ਜੁਗਤ ਦੱਸ ਰਹੇ ਹਨ ਜੀਵਨ ਦੀ, ਜਿਹਦੇ ਵਿੱਚ ਇਹ ਦੋਨੋਂ ਸ਼ਬਦ ਦੀ ਅਹਿਮੀਅਤ, ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਔਰ ਇਹ ਜਿਹੜੇ ਸ਼ਬਦ ਨੇ ਇਹ ਬਾਰ-ਬਾਰ ਸਾਨੂੰ ਕਨਫਿਊਜ਼ ਵੀ ਕਰਦੇ ਹਨ, ਕਿਉਂਕਿ ਇਹ ਦੋਨੋਂ ਸ਼ਬਦ ਮੈਟਾਫਿਜ਼ਿਕਸ ਨਾਲ ਰਿਲੇਸ਼ਨ ਰੱਖਦੇ ਹਨ। ਮੈਟਾਫਿਜ਼ਿਕਸ ਦਾ ਮਤਲਬ ਹੈ ਜਿਹੜੀ ਅਸੀਂ ਫਿਜ਼ਿਕਸ ਦੁਨੀਆ ਜਾਣਦੇ ਹਾਂ ਉਸ ਤੋਂ ਪਰੇ ਦੀ ਦੁਨੀਆ ਦੀ ਗੱਲ ਵੀ ਇਹਦੇ 'ਚ ਹੈ। ਇਹ ਦੋਨੋਂ ਸ਼ਬਦ ਜਿਸ ਤਰ੍ਹਾਂ ਕੋਈ ਬ੍ਰਿਜ ਹੋਏ, ਇਸ ਮਾਤ ਲੋਕ ਤੋਂ ਉਸ ਲੋਕ ਦੀ ਗੱਲ ਜਿੱਥੇ ਨਿਰੰਕਾਰ ਦਾ ਵਾਸਾ ਹੈ, ਉਹਦੇ ਵਿੱਚ ਇਹ ਜੋੜ ਹਨ। ਗੁਰੂ ਨਾਨਕ ਦੇ ਘਰ ਦੀ ਵਿਧੀ ਇਹਨਾਂ ਦੋਨਾਂ ਸ਼ਬਦਾਂ ਦੇ ਆਲੇ ਦੁਆਲੇ ਕਾਫੀ ਚੱਲਦੀ ਹੈ। ਜਦੋਂ ਅਸੀਂ ਸ਼ਬਦ ਵੀ ਕੋਈ ਵਿਚਾਰੀਏ ਤਾਂ ਕਈ ਵਾਰ ਇਹ ਸ਼ਬਦ ਸਾਡੇ ਸਾਹਮਣੇ ਆਉਂਦੇ ਹਨ। ਤਾਂ ਜਦੋਂ ਕੋਈ ਜਗਿਆਸੂ ਹੈ, ਪੁੱਛਦਾ ਹੈ ਨਾਮ ਕੀ ਹੈ, ਤਾਂ ਥੋੜ੍ਹਾ ਜਿਹਾ ਪੈਰ ਲੜਖੜਾ ਜਾਂਦਾ ਹੈ। ਮਾਮ ਇੱਕ ਮਹਿਸੂਸ ਕਰਨ ਦੀ ਗੱਲ ਹੈ, ਉਹਦੀ ਵਿਆਖਿਆ ਕਰਨਾ ਤਾਂ ਬਹੁਤ ਮੁਸ਼ਕਿਲ ਹੈ। ਇਸੇ ਤਰ੍ਹਾਂ ਸ਼ਬਦ ਵੀ ਹੈ। ਔਰ ਇੱਕ ਬਹੁਤ ਅੱਛੀ ਗੱਲ ਹੈ ਕਿ ਕੁਝ ਸੁਣਨ ਵਾਲਿਆਂ ਨੂੰ ਕੱਲ ਡਾਊਟ ਉੱਠੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਪੁਰਾਣੀ ਗੱਲ ਕਰਦੇ ਹੋਏ ਅਸੀਂ ਚੱਲ ਰਹੇ ਸੀ, ਉਹ ਹੁਣ ਸੁਣੀ ਗਈ ਹੈ। ਉਹਨਾਂ ਨੂੰ ਹੁਣ ਸਮਝ ਆ ਰਿਹਾ ਹੈ ਕਿ ਜੋ ਉਹ ਸੋਚ ਰਹੇ ਸਨ ਉਹ ਗੱਲ ਨਹੀਂ ਹੈ, ਕੁਝ ਹੋਰ ਗੱਲ ਮੈਂ ਕਰ ਰਿਹਾ ਹਾਂ। ਮੈਨੂੰ ਤਾਂ ਇੱਕ ਅੱਛੀ ਡਿਵੈਲਪਮੈਂਟ ਦਿਖਦੀ ਹੈ, ਕਿਉਂਕਿ ਸੁਣਨ ਤੋਂ ਹੀ ਸਾਨੂੰ ਸਮਝ ਆਏਗੀ ਕਿ ਜੀਵਨ ਦੇ ਆਧਾਰ ਕਿਹੜੇ ਨੇ। ਚਾਹੇ ਅਸੀਂ ਗਲਤ ਵੀ ਸੁਣੀਏ ਤਾਂ ਸਾਨੂੰ ਸਮਝ ਤਾਂ ਆਏਗੀ ਕਿ ਸਹੀ ਕੀ ਹੈ। ਅੱਜ ਅਸੀਂ 10ਵੀਂ ਪੌੜੀ ਦੀ ਗੱਲ ਕਰਦੇ ਚੱਲਦੇ ਹਾਂ ਔਰ 11ਵੀਂ ਪੌੜੀ ਨਾਲ ਲਵਾਂਗੇ। ਪਹਿਲੇ ਅਸੀਂ ਕੁਝ ਵਾਰ ਪੜ੍ਹ ਲਈਏ ਇਹਨਾਂ ਸ਼ਬਦਾਂ ਨੂੰ, ਇਹਨਾਂ ਪੌੜੀਆਂ ਨੂੰ, ਤਾਂ ਕਿ ਇਹਨਾਂ ਨਾਲ ਇੱਕ ਸਾਂਝ ਹੋ ਜਾਏ, ਇੱਕ ਫੈਮਿਲੀਅਰਿਟੀ ਹੋ ਜਾਏ ਵਿਦ ਦ ਵਰਡਸ। ਸਾਡੇ ਕੰਨ ਵਿੱਚ ਕੁਝ ਸੋਝੀ ਪੈ ਜਾਏ, ਫਿਰ ਉਹਨਾਂ ਦੀ ਵਿਆਖਿਆ ਦੇ ਉੱਤੇ ਉਤਰਦੇ ਹਾਂ। ਵਾਹਿਗੁਰੂ ਜੀ। ਕਿਆ ਬਵੀਐ ਸੱਚ ਸੂਚਾ ਹੋਏ,
साच शब्द बिन मुकत ना कोए रहाओ। दर्शन पेख करो जो गिंद्रा मुंदरा चोली खिंता। 12 अंतर एक सरेवो खट दर्शन एक पंथा। इन बिद मन समझाइए पुरखा बाहुड़ चोट न खाइए। नानक बोले गुरमुख बूझै जोग जुगत इव पाइयै। अंतर शब्द निरंतर मुंदरा होमै ममता दूर करी। काम क्रोध अहंकार निवारै गुर कै शब्द सो समझ परी। खिंता चोली भरपुर रेहा नानक तारै एक हरी। साचा साहिब साची नाई परखै गुर की बात खरी। ਵਾਹਿਗੁਰੂ ਜੀ। 9ਵੀਂ ਪੌੜੀ। ਦਰਸ਼ਨ ਪੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ। 12 ਅੰਤਰ ਏਕ ਸਰੇਵੋ ਖਟ ਦਰਸ਼ਨ ਇੱਕ ਪੰਥਾ। ਇਨ ਬਿਦ ਮਨ ਸਮਝਾਈਏ ਪੁਰਖਾ ਬਹੁੜ ਚੋਟ ਨਾ ਖਾਈਏ। ਇਹ ਵਿਚਾਰ ਯੋਗੀ ਸਾਹਿਬ ਦੇ ਅੱਗੇ ਰੱਖਦੇ ਹਨ। ਇੱਕ ਪਬਲਿਕ ਦੇ ਵਿੱਚ ਡਿਸਕੋਰਸ ਹੋ ਰਿਹਾ ਹੈ, ਸਪਿਰਿਚੁਅਲ ਡਿਸਕੋਰਸ ਹੈ, ਤਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਯੋਗੀ ਆਪਣੇ ਮਤ ਦੀ ਗੱਲ ਰੱਖ ਰਹੇ ਹਨ, ਜੋ ਉਹਨਾਂ ਨੂੰ ਲੱਗਦਾ ਹੈ ਕਿ ਧਰਮ ਹੈ, ਜਿਸ ਨੂੰ ਉਹ ਠੀਕ ਗਿਣਦੇ ਹਨ, ਔਰ ਜੋ ਉਹਨਾਂ ਦਾ ਮਾਰਗ ਹੈ। ਕੁਝ ਈਗੋਜ਼ ਬੜੀ ਸਟਲ ਈਗੋਜ਼ ਹੁੰਦੀਆਂ ਹਨ, ਔਰ ਉਹਨਾਂ 'ਚੋਂ ਨੈਸ਼ਨਲਿਜ਼ਮ ਔਰ ਰਿਲੀਜੀਅਸ ਆਈਡੈਂਟੀਟੀ, ਇਹ ਥੋੜ੍ਹੀ ਜਿਹੀ ਸਟਲ ਈਗੋ ਦੇ ਵਿੱਚ ਅਸੀਂ ਚੱਲਦੇ ਹਾਂ। ਬਾਅਦ ਦਫਾ ਇਸ ਈਗੋ ਦੇ ਵਿੱਚ ਬਹੁਤ ਗਲਤ ਵੀ ਹੋ ਜਾਂਦਾ ਹੈ। ਅਸੀਂ ਦੁਨੀਆ ਵਿੱਚ ਦੇਖਦੇ ਹਾਂ ਕਿ ਇਹਨਾਂ ਆਈਡੈਂਟੀਟੀਜ਼ ਨੂੰ ਵਰਤ ਕੇ ਬਹੁਤ ਗਲਤ ਚੀਜ਼ਾਂ ਵੀ ਜਸਟੀਫਾਈ ਹੋ ਜਾਂਦੀਆਂ ਹਨ। ਪਰ ਇੱਕ ਸਾਡੀ ਆਈਡੈਂਟੀਟੀ ਦਾ ਪਾਰਟ ਹੈ ਜੋ ਅਸੀਂ ਰਿਲੀਜਨ ਫੋਲੋ ਕਰਦੇ ਹਾਂ। ਰਿਲੀਜਨ, ਧਰਮ, ਆਰਗੇਨਾਈਜ਼ਡ ਰਿਲੀਜਨ, ਸਰਫੇਸ ਵਿੱਚ ਤਾਂ ਧਰਮ ਹੈ, ਬਟ ਇਹਦੇ ਅੰਤਰ ਉਤਰਨ ਵਿੱਚ ਇਹ ਸਾਡੀ ਇਨਰ ਸਪਿਰਿਚੁਅਲਿਟੀ ਦੀ ਗੱਲ ਕਰਦੇ ਹਨ। ਪਰ ਅਗਰ ਧਰਮ ਦੇ ਵਿੱਚ ਅਸੀਂ ਅੰਦਰ ਨਾ ਉਤਰੀਏ, ਕੇਵਲ ਉਹਨਾਂ ਦੇ ਨਿਸ਼ਾਨਾਂ ਦੇ ਵਿੱਚ ਹੀ ਰਹਿ ਜਾਈਏ, ਬਾਹਰਲੇ ਨਿਸ਼ਾਨ, ਔਰ ਇਹਨਾਂ ਦੇ ਤੱਤ ਗਿਆਨ ਤੋਂ ਵਾਂਝੇ ਰਹੀਏ, ਤਾਂ ਫਿਰ ਜਿਹੜੀ ਅੰਦਰ ਸਪਿਰਿਚੁਅਲ ਅਵੇਕਨਿੰਗ ਹੈ ਉਹ ਸਾਡੇ ਵਿੱਚ ਨਹੀਂ ਹੋਏਗੀ। ਅਸੀਂ ਜਿਵੇਂ ਕੋਈ ਬੈਲੈਂਸ ਆਪਣੇ ਜੀਵਨ ਵਿੱਚ ਬਣਾ ਲਿਆ ਕਿ ਇੱਕ ਡੇ ਦੇ ਵਿੱਚ ਮੈਂ ਆਪਣਾ ਜੀਵਨ ਉਸੇ ਤਰ੍ਹਾਂ ਜੀਣਾ ਹੈ, ਕੁਛ ਦੇਰ ਮੈਂ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ ਚਲੇ ਜਾਵਾਂਗਾ, ਉਸ ਆਉਣ ਜਾਣ 'ਚ ਹੀ ਮੈਂ ਆਪਣੇ ਆਪ ਨੂੰ ਸਕੂਨ ਦੇ ਦਿੰਦਾ ਹਾਂ ਕਿ ਮੈਂ ਧਰਮੀ ਹਾਂ। ਪਰ ਕੀ ਦਰਅਸਲ ਇਹ ਧਰਮੀ ਇਨਸਾਨ ਹੈ? ਸਾਹਿਬ ਸਾਨੂੰ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਧਰਮ ਦੇ ਤੱਤ ਦੀ ਗੱਲ ਬਾਰ-ਬਾਰ ਰਿਪੀਟ ਕਰਦੇ ਹਨ। ਯੋਗੀ ਮਤ ਨੇ ਅੱਜ ਇੱਕ ਗੱਲ ਚਲਾਈ ਹੈ ਆਪਣੇ ਮੈਥਡ ਬਾਰੇ। ਉਹ ਕਹਿੰਦੇ ਨੇ ਦਰਸ਼ਨ ਪੇਖ ਕਰਹੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ। ਦਰਸ਼ਨ ਦਰਅਸਲ ਤਾਂ ਟਰਾਂਸਲੇਟ ਕਰਨਾ ਮੁਸ਼ਕਿਲ ਹੈ। ਦਰਸ਼ਨ ਨੂੰ
ਲਿਟਰਲੀ ਦੇਖਣਾ ਜਾਣਦੇ ਹਾਂ ਅਸੀਂ ਕਿ ਅਸੀਂ ਯੋਗੀ ਆਪਣੀ ਇਹ ਗੱਲ ਚਲਾ ਰਹੇ ਹਨ ਕਿ ਜਿਹੜੀ ਅਸੀਂ ਫਿਲਾਸਫੀ ਫੋਲੋ ਕਰਦੇ ਹਾਂ, ਜਿਹੜੇ ਧਰਮ ਨੂੰ ਅਸੀਂ ਫੋਲੋ ਕਰਦੇ ਹਾਂ, ਜਿਸ ਦਰਸ਼ਨ ਨੂੰ ਅਸੀਂ ਫੋਲੋ ਕਰਦੇ ਹਾਂ, ਉਹ ਰਾਜ ਯੋਗ ਦਾ ਇੱਕ ਹਿੱਸਾ ਹੈ ਜਿਹਦੇ ਵਿੱਚ ਮੁੰਦਰਾ, ਝੋਲੀ ਔਰ ਖਿੰਥਾ ਉਹਦੇ ਸਿੰਬਲਸ ਹਨ, ਜਿਹੜੇ ਸਿੰਬੋਲਿਕ ਨੇ ਕਿਸ ਚੀਜ਼ ਦੇ। ਮੁੰਦਰਾ ਕੰਨਾਂ ਵਿੱਚ ਪਾਈ ਜਾਂਦੀ ਹੈ ਔਰ ਝੋਲੀ ਨਾਲ ਯੋਗੀ ਆਪਣਾ ਖਾਣਾ ਮੰਗਦਾ ਹੈ, ਔਰ ਖਿੰਥਾ ਉਹਦਾ ਉਹ ਰੋਬ ਹੈ, ਅਨਸਟਿਚਡ ਰੋਬ। ਅਸੀਂ ਕਈ ਵਾਰ ਹਿੰਦੂ ਧਰਮ ਵਿੱਚ ਇਹ ਸ਼ਬਦ ਅਸੀਂ ਦੇਖਾਂਗੇ, ਅਨਸਟਿਚਡ ਵਰਜਨ ਕਾਟਨ। ਜਦੋਂ ਹਿੰਦੂ ਬ੍ਰਾਹਮਣ ਆਪਣੀ ਪੂਜਾ 'ਤੇ ਬੈਠਦਾ ਹੈ ਤੇ ਵਰਜਨ ਕਾਟਨ ਵਿੱਚ, ਅਨਸਟਿਚਡ ਕਾਟਨ ਵਿੱਚ ਬੈਠਦਾ ਹੈ। ਸਿੰਬੋਲਿਕ ਉਹਦਾ ਮਤਲਬ ਇਹ ਹੈ ਕਿ ਜਿਸ ਕੱਪੜੇ ਨੂੰ ਵਸਤਰ ਨੂੰ ਪਾ ਕੇ ਉਹ ਪੂਜਾ ਵਿੱਚ ਬੈਠੇ, it should not have been soiled by another person. This is the thought process. ਸੋ ਇਹ ਜਿਹੜੇ ਦਰਸ਼ਨ ਹਨ, ਇਹਦੇ ਵਿੱਚ ਰਾਜ ਯੋਗ ਦੀ ਗੱਲ ਯੋਗੀ ਚਲਾ ਰਹੇ ਹਨ ਕਿ ਕੰਨਾਂ ਵਿੱਚ ਮੁੰਦਰਾ ਪਾਉਣ ਨਾਲ ਔਰ ਝੋਲੀ ਅੱਡ ਕੇ ਖਾਣਾ ਮੰਗਣ ਨਾਲ ਔਰ ਖਿੰਥਾ ਪਾਉਣ ਨਾਲ ਸਿੰਬੋਲਿਕਲੀ ਮਤਲਬ ਕੀ ਬਣਦਾ ਹੈ। ਮੁੰਦਰਾ ਨਾਲ ਉਹ ਆਪਣੇ ਆਪ ਨੂੰ ਤਿਆਗੀ ਦੱਸਦੇ ਹਨ, ਝੋਲੀ ਅੱਡ ਕੇ ਖਾਣਾ ਮੰਗਣ ਨਾਲ ਉਹ ਇਹ ਦੱਸਦੇ ਹਨ ਕਿ ਉਹ ਖਾਣਾ ਬਣਾਉਂਦੇ ਨਹੀਂ ਹਨ, ਉਹਨਾਂ ਨੇ ਇਹ ਸਭ ਕੁਝ ਛੱਡ ਦਿੱਤਾ ਹੈ। ਔਰ ਖਿੰਥਾ ਨਾਲ ਉਹ ਆਪਣੇ ਆਪ ਨੂੰ ਯਾਦ ਕਰਾਉਂਦੇ ਹਨ ਕਿ ਮੌਤ ਵੀ ਨੇੜੇ ਆਏਗੀ। ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਮਤ ਵਿੱਚ ਇਹ ਸਹੀ ਮਾਰਗ ਹੈ। ਇਹਦੇ ਨਾਲ ਨਾਲ ਫਿਰ ਉਹ ਕਹਿੰਦੇ ਨੇ ਕਿ 12 ਮਤ ਹਨ ਯੋਗੀਆਂ ਦੇ, 12 ਡਿਫਰੈਂਟ ਸੈਕਟਸ ਹਨ ਯੋਗੀਆਂ ਦੇ। ਉਹ ਕਹਿੰਦੇ ਨੇ 12 ਹੈ ਅੰਤਰ ਏਕ ਸਰੇਵੋ। ਇਹਨਾਂ 12 ਚੋਂ ਇੱਕ ਨੂੰ ਇਹ ਸੇਵਾ ਕਰਦੇ ਨੇ, ਇਹਨਾਂ ਨੂੰ ਅਡੋਪਟ ਕਰਦੇ ਨੇ, ਆਪਣੇ ਅਪਣਾ ਲੈਂਦੇ ਨੇ। ਜਿਹਨਾਂ ਇਹ ਆਈ ਪੰਥੀ ਦੀ ਆਪਣੀ ਗੱਲ ਚੱਲਦੀ ਹੈ ਲੱਗਦਾ, ਕਿਉਂਕਿ ਆਈ ਪੰਥ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਜਪਜੀ 'ਚ ਕੀਤੀ ਹੈ। ਇਹਨਾਂ ਚੋਂ ਇੱਕ ਪੰਥ ਆਈ ਪੰਥੀ ਹੈ 12 ਚੋਂ। ਸਾਰਿਆਂ ਦੇ ਨਾਂ ਤਾਂ ਮੈਨੂੰ ਨਹੀਂ ਪਤਾ, ਬਟ ਦੇਰ ਆਰ 12 ਸਰਟਨ ਸੈਕਟਸ ਆਫ ਯੋਗੀਜ਼। ਖਟ ਦਰਸ਼ਨ ਇੱਕ ਪੰਥਾ, 6 ਇਹਨਾਂ ਦੀ ਫਿਲਾਸਫੀਜ਼ ਹਨ, ਦਰਸ਼ਨ ਹਨ ਅਲੱਗ ਅਲੱਗ। ਖਟ ਦਾ ਮਤਲਬ 6। ਉਹਨਾਂ 'ਚੋਂ ਇਹਨਾਂ ਨੇ ਇੱਕ ਪੰਥ ਆਪਣਾ ਸਿਲੈਕਟ ਕੀਤਾ ਹੈ। ਇਹ ਅਨਾਊਂਸਮੈਂਟ ਯੋਗੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸਬਮਿਟ ਕਰ ਰਹੇ ਹਨ। ਨਾਲ ਅਗਲੀ ਲਾਈਨ ਵਿੱਚ ਉਹ ਇਹ ਕਹਿੰਦੇ ਨੇ ਕਿ ਇਨ ਬਿਦ ਮਨ ਸਮਝਾਈਏ ਪੁਰਖਾ, ਕਿ ਇਸ ਤਰ੍ਹਾਂ ਯੋਗੀ ਆਪਣੇ ਮਨ ਨੂੰ ਸਮਝਾਉਂਦੇ ਹਨ। ਬਹੁੜ ਚੋਟ ਨਾ ਪਾਈਏ, ਬਹੁੜ ਚੋਟ ਨਾ ਖਾਈਏ, ਤੇ ਨਾਲ ਇੱਕ ਚੋਟ ਨਹੀਂ ਖਾਂਦੇ। ਇੱਕ ਇਸ਼ੂ ਤਾਂ ਸਾਹਮਣੇ ਆਇਆ ਹੈ ਕਿ ਧਰਮ ਦੀ ਕਮਾਈ ਚੋਟ ਨਾਲ ਰਿਲੇਸ਼ਨ ਰੱਖਦੀ ਹੈ, ਪੇਨ ਔਰ ਦਰਦ ਨਾਲ ਕੁਝ ਰਿਸ਼ਤਾ ਰੱਖਦੀ ਹੈ। ਇਹਨਾਂ ਦੀ ਇਹ ਸਬਮਿਸ਼ਨ ਹੈ ਕਿ ਦੁਨੀਆ ਵਿੱਚ ਵਿਚਰਦੇ ਹੋਏ, ਦੁਨੀਆ ਦੇ ਵਿੱਚ ਰਹਿੰਦੇ ਹੋਏ ਇਨਸਾਨ ਚੋਟ ਖਾਏਗਾ, ਔਰ ਉਹਨੂੰ ਛੱਡਣ ਨਾਲ ਇਹਨਾਂ ਦੀ ਇਹ ਫੀਲਿੰਗ ਹੈ ਕਿ ਇਹਨਾਂ ਨੇ ਪੇਨ ਨੂੰ ਤਿਆਗ ਦਿੱਤਾ ਹੈ। ਪਰ ਪੇਨ ਦਾ ਇੱਕ ਬੜਾ ਬੇਸਿਕ ਪ੍ਰਿੰਸੀਪਲ ਹੈ, ਪੇਨ ਨੂੰ ਜਿਤਨਾ ਅਵੋਇਡ ਕਰਾਂਗੇ ਉਤਨਾ ਪੇਨ ਵਧੇਗਾ, ਘਟੇਗਾ ਨਹੀਂ। Pain is part of our fears, and the more we go away from it,
and don't face it, more it will grow. ਇਹ ਅੱਜ ਮਾਡਰਨ ਸਾਈਕੋਲੋਜੀ ਵੀ ਮੰਨਦੀ ਹੈ ਇਸ ਗੱਲ ਨੂੰ। ਤਾਂ ਜਦੋਂ ਯੋਗੀ ਇਹ ਕਹਿੰਦੇ ਨੇ ਪ੍ਰਿੰਸੀਪਲੀ ਸਾਈਕੋਲੋਜੀਕਲੀ ਡਿਫੈਕਟਿਵ ਸਾਈਕੋਲੋਜੀ ਲੱਗਦੀ ਹੈ। ਦਰਦ ਨੂੰ ਮੈਂ ਡਰ ਕੇ ਅਵੋਇਡ ਕਰਾਂਗਾ ਤਾਂ ਹੋਰ ਦਰਦ ਮੇਰੇ ਕੋਲ ਆਏਗਾ, ਉਹਦਾ ਕੋਈ ਦੋ ਰਾਏ ਨਹੀਂ ਹੈ। ਕਿਉਂ ਆਏਗਾ? ਕਿਉਂਕਿ ਡਰ ਨਾਲ ਮੈਂ ਉਸੇ ਪੇਨ ਨੂੰ ਅਟਰੈਕਟ ਕਰਾਂਗਾ, ਉਸੇ ਨੂੰ ਚਾਰਜ ਕਰਦਾ ਰਹਾਂਗਾ ਆਪਣੇ ਮਨ ਦੀ ਤਹਿ 'ਤੇ। ਡਰ ਕਰਕੇ ਮੈਂ ਧਿਆਨ ਕਰਾਂਗਾ, ਕਿਸ ਦਾ ਧਿਆਨ? ਦਰਦ ਦਾ ਧਿਆਨ। ਤਾਂ ਦਰਦ ਹੀ ਮੇਰੇ ਕੋਲ ਬਾਰ-ਬਾਰ ਆਉਂਦਾ ਰਹੇਗਾ। ਇੱਕ ਬੜੇ ਸੁਲਝੇ ਪੁਰਸ਼ ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਹਨੇਰੇ ਨਾਲ ਲੜਨਾ ਹੈ ਤੇ ਡੰਡੇ ਨਾਲ ਨਹੀਂ ਲੜਿਆ ਜਾ ਸਕਦਾ। We cannot fight darkness with a stick. ਉਹ ਕਹਿੰਦੇ ਡੰਡੇ ਨਾਲ ਲੜ ਕੇ ਨਹੀਂ ਹਨੇਰੇ ਨੂੰ ਜਾਇਆ ਜਾ ਸਕਦਾ, ਪਰ ਹਨੇਰੇ ਵਿੱਚ ਬੈਠ ਕੇ ਅਗਰ ਲਾਈਟ ਨੂੰ ਔਨ ਕਰ ਦਿਓਗੇ ਤਾਂ ਹਨੇਰਾ ਚਲਾ ਜਾਏਗਾ। ਸਿੰਬੋਲਿਕਲੀ ਇਹਦਾ ਕੀ ਮਤਲਬ ਹੈ ਕਿ ਜਦੋਂ ਅਸੀਂ ਕਿਸੇ ਸਾਈਕੋਲੋਜੀਕਲ ਐਂਟਰੈਪਮੈਂਟ ਵਿੱਚ ਫਸੇ ਹੁੰਦੇ ਹਾਂ ਤਾਂ ਨਾਮ ਸਾਡਾ ਸਹਾਰਾ ਹੈ, ਲਾਈਟ ਹੈ। ਔਰ ਜਦੋਂ ਅਸੀਂ ਉਸੇ ਇਮੋਸ਼ਨ ਨਾਲ ਉਲਝਦੇ ਰਹਿੰਦੇ ਹਾਂ ਬਾਰ-ਬਾਰ ਤਾਂ ਅਸੀਂ ਉਸ ਨੂੰ ਸਗੋਂ ਵਧਾ ਦਿੰਦੇ ਹਾਂ, ਕਿਉਂਕਿ ਅਸੀਂ ਫੋਰਸ ਕਰਦੇ ਹਾਂ, ਸਪਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨੂੰ ਅਵੋਇਡ ਕਰਦੇ ਹਾਂ। ਦੋਨੋਂ ਤਰੀਕੇ ਨਾਲ ਉਹ ਗਰੋ ਕਰੇਗਾ। ਯੋਗੀਆਂ ਨੇ ਸਾਨੂੰ ਗੁਰੂ ਸਾਹਿਬ ਦੇ ਅੱਗੇ ਇੱਕ ਸਬਮਿਸ਼ਨ ਰੱਖੀ ਹੈ ਕਿ ਇਸ ਤਰ੍ਹਾਂ ਚੋਟ ਨਹੀਂ ਲੱਗਦੀ। ਜੀਵਨ ਨੂੰ ਤਿਆਗ ਹੀ ਦਿਓ ਤਾਂ ਜੀਵਨ ਤੋਂ ਚੋਟ ਨਹੀਂ ਲੱਗੇਗੀ। ਇਸ ਤਰ੍ਹਾਂ ਦਾ ਸਬਮਿਸ਼ਨ ਯੋਗੀਆਂ ਦਾ ਹੈ। ਪਰ ਇਸ ਤੋਂ ਆਪੋਜ਼ਿਟ ਗੁਰਮੁਖ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਸਬਮਿਸ਼ਨ ਹੈ ਉਹ ਐਸੇ ਲਾਈਨਸ ਦੇ ਉੱਤੇ ਅੱਗੇ ਸਾਹਿਬ ਬੋਲਦੇ ਹਨ। ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਇਵ ਪਾਈਏ। ਜੋਗ ਸ਼ਬਦ ਦਾ ਲਿਟਰਲ ਮੀਨਿੰਗ ਹੈ ਜੁੜਨਾ। ਜੁੜਨ ਜਦੋਂ ਗੁਰੂ ਨਾਨਕ ਸਾਹਿਬ ਬੋਲਦੇ ਨੇ, ਕਿਉਂਕਿ ਇਹ ਨਾਨਕ ਦੇ ਵਿੱਚ ਔਂਕੜ ਹੈ ਤੇ ਇਹ ਪਰਸਨਲੀ ਗੁਰੂ ਨਾਨਕ ਸਾਹਿਬ ਦੇ ਵਰਡਸ ਹਨ। ਨਾਨਕ ਬੋਲੇ ਗੁਰਮੁਖ ਬੂਝੇ। ਗੁਰੂ ਦੇ ਮੁਖ ਤੋਂ ਇਹ ਅਰਥ ਹੈ, ਗੁਰੂ ਦੇ ਮੁਖ ਤੋਂ, ਗੁਰੂ ਦੇ ਸ਼ਬਦ ਤੋਂ ਬੁੱਝਦਾ ਹੈ ਸਿੱਖ। ਗੁਰੂ ਦਾ ਸ਼ਬਦ ਦਾ ਰੂਪ ਬਣ ਕੇ ਉਹ ਟਰਾਂਸੈਂਡ ਕਰਦਾ ਹੈ, ਬੁੱਝ ਲੈਂਦਾ ਹੈ। ਬੁੱਝਣ ਦਾ ਮਤਲਬ, ਬੁੱਝਣਾ ਮਤਲਬ ਅਸੀਂ ਕੁਝ ਚੀਜ਼ ਸਮਝਦੇ ਹਾਂ, ਜਿਸ ਤਰ੍ਹਾਂ ਕਿਸੇ ਕੱਪੜੇ 'ਤੇ ਉੱਪਰ ਪਾਣੀ ਗਿਰਿਆ ਹੋਏ, ਔਰ ਬੁੱਝ ਲੈਣਾ ਜਦ ਪਾਣੀ ਅਬਜ਼ੋਰਬ ਕਰ ਲਿਆ ਕੱਪੜੇ ਨੇ, ਅੰਦਰ ਚਲੀ ਗਈ ਗੱਲ। ਜਦ ਸਾਡੀ ਸਬਕੌਨਸ਼ੀਅਸ ਵਿੱਚ ਕੋਈ ਗੱਲ ਬੈਠ ਜਾਂਦੀ ਹੈ, ਉਸ ਨੂੰ ਬੁੱਝਣਾ ਕਹਿੰਦੇ, ਡੀਪਰ ਅੰਡਰਸਟੈਂਡਿੰਗ। ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਇਵ ਪਾਈਏ। ਗੁਰੂ ਦੇ ਸ਼ਬਦ ਨਾਲ ਬੁੱਝ ਲੈਂਦਾ ਹੈ ਸਿੱਖ। ਜੁੜਨ ਦੀ ਜੁਗਤ, ਮੈਥਡ ਜੁੜਨ ਦਾ, ਮਨ ਦੀ ਤਹਿ 'ਤੇ ਕੀ ਹੈ, ਗੁਰੂ ਨਾਨਕ ਉਹ ਸਮਝਾ ਰਹੇ ਹਨ। ਸਾਨੂੰ ਇਹ ਗੱਲ ਤਾਂ ਸੱਚ ਦਿਖ ਰਹੀ ਹੈ ਕਿ ਜਿਹੜੀ ਆਈਡੀਓਲੋਜੀ ਯੋਗੀ ਅੱਗੇ ਰੱਖਦੇ ਹਨ ਹਜ਼ੂਰ ਦੇ, ਮਹਾਰਾਜ ਉਸ ਨੂੰ ਇੰਡੋਰਸ ਨਹੀਂ ਕਰਦੇ ਹਨ, ਬਲਕਿ ਉਸ ਤੋਂ ਕਿਉਂ ਲੈ ਕੇ ਇੱਕ ਨਵੀਂ ਗੱਲ ਉਹਨਾਂ ਦੇ ਅੱਗੇ ਪੇਸ਼ ਕਰਕੇ ਰੱਖਦੇ ਹਨ, ਜਿਹੜੀ ਹੁਣ ਪਿਛਲੇ 4-5 ਪੌੜੀਆਂ ਤੋਂ ਸਾਡੇ ਸਾਹਮਣੇ ਆ ਰਹੀ ਹੈ ਗੱਲ। ਉਹਨਾਂ ਵਿੱਚ ਸਾਹਿਬ ਨੇ ਜੀਵਨ ਨੂੰ ਫੇਸ ਕਰਨ ਦੀ ਗੱਲ ਕੀਤੀ ਹੈ, ਅਵੋਇਡ ਕਰਨ ਦੀ ਨਹੀਂ। ਜੀਵਨ ਵਿੱਚ ਰਹਿ ਕੇ, ਜੀਵਨ ਵਿੱਚ ਜੀਵਨ ਨੂੰ ਜੀ ਕੇ ਉਸ ਤੋਂ ਸਿੱਖਿਆ ਲੈਣ ਦੀ ਗੱਲ ਸਮਝਾਈ ਹੈ। ਜਿਹੜੀ ਪਰਸੋਂ ਦੀ ਪੌੜੀ ਵਿੱਚ ਗੱਲ ਉੱਠੀ ਸੀ, ਹਾਟੀ ਬਾਟੀ ਰਹੇ ਨਿਰਾਲਮ, ਇਹ ਗੱਲ ਯੋਗੀਆਂ ਨੇ ਕੀਤੀ ਸੀ ਕਿ ਹੱਟ ਦੁਨੀਆ ਔਰ ਸੜਕ
और ट्रेडिंग शॉप्स और ਕਮਰਸ਼ਲਾਈਜੇਸ਼ਨ ਔਰ ਸੜਕਾਂ ਤੋਂ ਦੂਰ ਰਹਿ ਕੇ ਯੋਗੀ ਕਹਿੰਦੇ ਹੈ ਕਿ ਅਸੀਂ ਇਸ ਤਰ੍ਹਾਂ ਆਪਣੀ ਵਿਧ ਵਿੱਚ ਜੀਵਨ ਨੂੰ ਟ੍ਰਾਂਸੈਂਡ ਕਰਦੇ ਹਾਂ। ਪਰ ਗੁਰੂ ਨਾਨਕ ਕਹਿੰਦੇ ਹੈ ਕਿ ਹਾਟੀ ਬਾਟੀ ਦੇ ਵਿੱਚ ਰਹਿ ਕੇ ਅਸੀਂ ਸ਼ਬਦ ਦੇ ਸਹਾਰੇ ਟ੍ਰਾਂਸੈਂਡ ਕਰਦੇ ਹਾਂ। ਔਰ ਦੋ ਗੱਲਾਂ ਗੁਰੂ ਨਾਨਕ ਨੇ ਕੱਲ੍ਹ ਸਾਨੂੰ ਸਮਝਾਈਆਂ ਬੜੀ ਪਿਆਰ ਵਾਲੀਆਂ ਕਿ ਨਾਮ ਦੇ ਬਿਨਾਂ ਮਨ ਤ੍ਰਿਪਤ ਨਹੀਂ ਹੁੰਦਾ, ਮਨ ਭਟਕਦਾ ਹੀ ਰਹੇਗਾ। ਇਹ ਕੀ ਐਸਪੈਕਟ ਹੈ ਲਾਈਫ ਦਾ? ਇਟ ਰਿਲੇਟਸ ਟੂ ਅਸ ਆਲ। ਜਿਹੜੀ ਕੰਪਲੀਟਨੈਸ, ਸੇਸ਼ੀਏਸ਼ਨ ਜਾਂ ਅੰਡਰਸਟੈਂਡਿੰਗ ਆਫ ਲਾਈਫ ਮੈਂ ਜਾਣਨਾ ਚਾਹੁੰਦਾ ਹਾਂ, ਸਾਰੇ ਜੀਵਨ ਤੋਂ ਮੈਂ ਲੱਭਦਾ ਵਾਂ, ਥਰੂ ਐਕਸਪੀਰੀਅੰਸਿਸ ਔਰ ਥਰੂ ਅਦਰ ਐਸੋਸੀਏਸ਼ਨਸ ਔਰ ਥਰੂ ਅਦਰ endeavors in life, they don't lie where I have been looking for them, they lie in naam। ਜਿਹੜੀ ਗੱਲ ਬਹੁਤ ਰਿਵੀਲਿੰਗ ਹੈ, ਜਿਹੜੀ ਗੱਲ ਆਪਣੇ ਆਪ ਵਿੱਚ ਇੱਕ ਲਾਈਫ ਚੇਂਜਿੰਗ ਐਕਸਪੀਰੀਅੰਸ ਹੈ, ਜਿਹਦੇ ਵਿੱਚ ਸਾਹਿਬ ਨੇ ਕਿਹਾ ਕਿ ਨੀਂਦ ਨਹੀਂ ਆਵੇਗੀ, ਜਗੇ ਰਵਾਂਗੇ ਦੁਨੀਆ ਦੇ ਸੱਤ ਨੂੰ। ਨਾਲ ਗੁਰਜੂਰ ਨੇ ਇਹ ਸਾਨੂੰ ਸਮਝਾਇਆ ਹੈ ਕਿ ਬਿਨ ਨਾਵੇਂ ਮਨ ਟੇਕ ਨਾ ਟਿਕਹੀ। ਇਹ ਖੜਾ ਨਹੀਂ ਹੋਏਗਾ, ਥਿਰ ਨਹੀਂ ਹੋਏਗਾ, ਸਟੇਬਲ ਨਹੀਂ ਹੋਏਗਾ ਨਾਮ ਤੋਂ ਬਿਨਾਂ। ਅਸੀਂ ਲੱਖ ਯਤਨ ਕਰ ਲਈਏ। ਕੋਈ ਇਨਸਾਨ ਕਹੇ ਮੇਰੀ ਇਹ ਲਿਸਟ ਹੈ, ਮੈਨੂੰ ਇਹ ਸਭ ਕੁਝ ਮਿਲ ਜਾਏ, ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਮੰਗਾਂਗਾ। ਉਹ ਲਿਸਟ ਮਿਲ ਵੀ ਜਾਂਦੀ ਹੈ, ਮਨ ਦੀ ਭਟਕਣਾ ਫਿਰ ਵੀ ਚੱਲਦੀ ਰਹੇਗੀ, ਮਨ ਫਿਰ ਵੀ ਭਟਕੇਗਾ। ਔਰ ਦੂਜੀ ਗੱਲ ਜਿਹੜੀ ਕੱਲ੍ਹ ਸਾਹਿਬ ਨੇ ਸਾਨੂੰ ਸਮਝਾਈ ਸੀ ਕਿ ਨਾਨਕ ਭੁੱਖ ਨਾ ਜਾਈ। ਭੁੱਖ ਨਹੀਂ ਜਾਂਦੀ। ਇਹ ਮਨ ਦਾ ਨੇਚਰ ਹੈ, ਇਹ ਮੇਰੇ ਮਨ ਦਾ ਨੇਚਰ ਹੈ, ਤੁਹਾਡੇ ਮਨ ਦਾ ਨੇਚਰ ਹੈ, ਸਾਡੇ ਸਾਰਿਆਂ ਦੇ ਮਨ ਦਾ ਨੇਚਰ ਹੈ। ਤਾਂ ਸਾਡੇ 'ਚੋਂ ਅਗਰ ਇੱਕ ਕਹੇ ਕਿ ਮੇਰੀ ਜਾਂਦੀ ਹੈ, ਮੇਰੀ ਭੁੱਖ ਚਲੀ ਜਾਂਦੀ ਹੈ ਮਨ ਦੀ, ਤਾਂ ਇਹ ਮੰਨਣ ਵਾਲੀ ਗੱਲ ਨਹੀਂ ਹੋਏਗੀ। ਕਿ ਫੰਡਾਮੈਂਟਲੀ ਅਸੀਂ ਇੱਕੋ ਨੇਚਰ ਦੇ ਮੰਨਦੇ ਹਾਂ। ਤਾਂ ਇੱਕ ਵਸਤੂ ਤਾਂ ਸਾਹਿਬ ਨੇ ਸਾਡੇ ਨਾਲ ਬੰਨ੍ਹ ਦਿੱਤੀ ਹੈ, ਇੱਕ ਐਕਸਪੀਰੀਅੰਸ ਤਾਂ ਗੁਰੂ ਨਾਨਕ ਨੇ ਸਾਡੇ ਪੱਲੇ ਪਾ ਦਿੱਤਾ ਹੈ, ਜਿਸ ਨੂੰ ਨਾਮ ਕਹਿ ਰਹੇ ਹਨ। ਸਾਨੂੰ ਇਸ ਤਰ੍ਹਾਂ ਦਾ ਇੱਕ ਇੰਡੀਕੇਸ਼ਨ ਦੇ ਦਿੱਤਾ ਹੈ, ਜਿਸ ਤਰ੍ਹਾਂ ਕਿ ਕੋਈ ਬੋਰਡ ਲਗਾ ਕੇ ਕਹਿੰਦਾ ਹੈ ਦਿਸ ਇਜ਼ ਦ ਵੇ ਟੂ ਗੋ। ਹੁਣ ਪ੍ਰਸ਼ਨ ਉੱਠ ਸਕਦਾ ਹੈ, ਮੈਂ ਨਾਮ ਨਹੀਂ ਜਾਣਦਾ, ਨਾਮ ਕੀ ਹੈ? ਨਾਮ ਕਿਉਂਕਿ ਐਕਸਪੀਰੀਐਂਸ਼ੀਅਲ ਗੱਲ ਹੈ, ਤਾਂ ਅਸੀਂ ਉਹਦੇ ਵਿੱਚ ਉਤਰਾਂਗੇ ਤਾਂ ਉਹਨੂੰ ਐਕਸਪੀਰੀਅੰਸ ਕਰ ਪਾਵਾਂਗੇ। ਬਾਣੀ ਦੇ ਵਿੱਚ ਮਨ ਨੂੰ ਜੋੜ ਕੇ ਪ੍ਰੇਮ ਨਾਲ ਗਾਵਾਂਗੇ ਤਾਂ ਅਸੀਂ ਨਾਮ ਨੂੰ ਜਾਣ ਪਾਵਾਂਗੇ। ਦੂਜੀ ਗੱਲ ਗੁਰੂ ਸਾਹਿਬ ਨੇ ਜਿਹੜੀ ਕੱਲ੍ਹ ਸਮਝਾਈ ਸੀ, ਉਹ ਮਨ ਦੇ ਵਿੱਚ ਰਹਿ ਕੇ ਸਥਿਰਤਾ ਔਰ ਸਟੇਬਿਲਿਟੀ ਦੀ ਗੱਲ ਸਮਝਾਈ ਸੀ। ਜਦੋਂ ਵੀ ਸਿੱਧ ਬਾਹਰ ਦੀ ਦੁਨੀਆ ਦੀ ਗੱਲ ਕਰਦੇ ਹਨ, ਸਿੰਬਲਸ ਦੀ ਗੱਲ ਕਰਦੇ ਹਨ, ਸਾਹਿਬ ਸਾਨੂੰ ਮਨ ਵੱਲ ਪ੍ਰੇਰਦੇ ਹਨ। ਸਾਹਿਬ ਸਾਨੂੰ ਅੰਤਰ ਵੱਲ ਜਾਣ ਦੇ ਵੱਲ ਪ੍ਰੇਰਦੇ ਹਨ। inspires us to go within us। ਤਾਂ ਜਿਵੇਂ ਸਿੱਧ ਇੱਥੇ ਕਹਿ ਰਹੇ ਹਨ ਕਿ ਸਾਨੂੰ ਚੋਟ ਨਹੀਂ ਲੱਗੇਗੀ, ਇਹ ਤਾਂ ਬੜਾ ਵੱਡਾ ਡਿਬੇਟੇਬਲ ਇਸ਼ੂ ਹੈ ਕਿ ਦੁਨੀਆ ਨੂੰ ਛੱਡਣ ਨਾਲ ਪੇਨ ਚਲੀ ਜਾਏਗੀ ਕਿ ਨਹੀਂ ਚਲੀ ਜਾਏਗੀ। ਪਰ ਗੁਰਮੁਖ ਮਾਰਗ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੰਪਲੀਟਲੀ ਐਕਸੈਪਟੈਂਸ ਵਿੱਚ ਰਹਿਣ ਦੀ ਆਦੇਸ਼ ਦਿੱਤੇ ਹਨ। ਕਿਉਂਕਿ ਅਸੀਂ ਅਗਰ ਪੂਰੇ ਐਕਸੈਪਟੈਂਸ ਵਿੱਚ ਨਹੀਂ ਰਵਾਂਗੇ, ਇਨਕੰਪਲੀਟ ਰਵਾਂਗੇ, ਤਾਂ ਅਸੀਂ ਪੂਰੇ ਨਿਰੰਕਾਰ ਨੂੰ ਨਹੀਂ ਜਾਣ ਪਾਵਾਂਗੇ। ਇਹ ਇੱਕ ਬੜਾ ਕਨਫਿਊਜ਼ਨ ਵਾਲਾ ਇਸ਼ੂ ਬਣ ਸਕਦਾ ਸਾਡੇ ਲਈ। ਤਾਂ ਇਹਨੂੰ ਮੈਂ ਇਸ ਤਰ੍ਹਾਂ ਆਪ ਅੱਗੇ ਰੱਖਦਾ ਹਾਂ ਕਿ ਗੁਰੂ ਸਾਹਿਬ ਸਾਨੂੰ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ, ਔਰ ਨਾਮ ਨਾਲ ਜੁੜਦੇ ਹੋਏ ਜੋ ਮਨ ਦੇ ਵਿੱਚ ਅਵਸਥਾ ਚੱਲਦੀ ਹੈ
ਉਸ ਤੋਂ ਗਾਈਡ ਹੋਣ ਦੀ ਗਾਈਡੈਂਸ ਦੇ ਰਹੇ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਲਿਖਿਆ ਹੈ ਉਹ ਨਾਲ ਹੈ। ਕੁਝ ਬੇਸਿਕ ਚੀਜ਼ ਤਾਂ ਲਿਖੀਆਂ ਹਨ ਕਿ ਜਦੋਂ ਮੈਨੇ ਜੀਵਨ ਲੈਣਾ ਹੈ ਤਾਂ ਮੈਂ ਇੱਕ ਦਿਨ ਮਰਾਂਗਾ। ਜਦੋਂ ਮੈਨੂੰ ਸੁੱਖ ਆਏਗਾ ਤੇ ਕੁਝ ਜੀਵਨ ਵਿੱਚ ਦੁੱਖ ਵੀ ਆਏਗਾ। ਜਦੋਂ ਮੈਨੂੰ ਕਲੈਰਿਟੀ ਆਏਗੀ ਤਾਂ ਨਾਲ ਕੁਝ ਕਨਫਿਊਜ਼ਨਸ ਵੀ ਆਉਣਗੀਆਂ। ਜਦੋਂ ਮੈਨੂੰ ਜੀਵਨ ਵਿੱਚ ਸੋਲਿਊਸ਼ਨਸ ਆਉਣਗੇ ਤਾਂ ਕੁਝ ਪ੍ਰੋਬਲਮਸ ਵੀ ਆਉਣਗੇ। ਇਹ ਤਾਂ ਹਰ ਇੱਕ ਦੇ ਜੀਵਨ ਦੀ ਗੱਲ ਹੈ। ਐਂਡ these are written with us in our life. So when we say I want only solutions and never problems, then I am trapping myself. Then I am not living in acceptance of the basic fundamental rule that confusions will come, problems will come, solutions will also come. So if I accept one aspect of this whole game, then the other will be denying me the complete picture of what is life. और जब मैं जीवन ਨੂੰ ਜਾਣਾਂਗਾ ਨਹੀਂ ਤਾਂ ਜੀਵਨ ਦੇ ਪਾਰ ਕਿਵੇਂ ਜਾਵਾਂਗਾ। ਜੀਵਨ ਨੂੰ ਜੀ ਕੇ ਹੀ ਸਮਝਾਂਗਾ ਨਾ ਕਿ ਜੀਵਨ ਹੈ ਕੀ। ਫਿਰ ਮੈਂ ਚੋਇਸਿਸ ਆਪਣੀਆਂ ਇੰਟੈਂਸੀਫਾਈ ਕਰ ਸਕਦਾ ਹਾਂ ਕਿ ਜੀਵਨ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ। ਤਾਂ ਮਹਾਰਾਜ ਸਾਨੂੰ ਇਸ ਹਾਟੀ ਬਾਟੀ ਵਿੱਚ ਰਹਿਣ ਦੀ ਗੱਲ ਕਰਦੇ ਹਨ ਔਰ ਰਹਿੰਦੇ ਹੋਏ ਅਵੇਕਨਡ ਸਪਿਰਿਟ ਵਰਗੇ ਚੱਲਣ ਦੀ ਗੱਲ ਕਰਦੇ ਹਨ। ਤਾਂ ਦਰਸ਼ਨ ਦੀ ਗੱਲ ਜਿਹੜੀ ਯੋਗੀ ਕਰਦੇ ਹਨ ਕਿ ਉਹਨਾਂ ਨੂੰ ਮੁੰਦਰਾ ਮਿਲੀ ਹੈ, ਉਹਨਾਂ ਨੂੰ ਖਿੰਤਾ ਮਿਲਿਆ ਹੈ, ਉਹਨਾਂ ਨੂੰ ਝੋਲੀ ਮਿਲੀ ਹੈ ਔਰ ਉਸ ਤੋਂ ਉਹਨਾਂ ਦੀ ਸਪਿਰਿਚੁਅਲਿਟੀ ਰਿਲੇਟ ਕਰਦੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ। ਨਾਨਕ ਬੋਲੇ ਗੁਰਮੁਖ ਬੂਝੇ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਮੁਖ ਦੇ ਰਾਹੀਂ ਜੋ ਸ਼ਬਦ ਨਿਕਲੇ ਹਨ। ਹੁਣ ਗੁਰੂ ਦਾ ਕੌਨਸੈਪਟ ਵੀ ਅਸੀਂ ਕਈ ਵਾਰ ਵਿਚਾਰ ਚੁੱਕੇ ਹਾਂ। ਮਲਟੀ ਡਾਇਮੈਂਸ਼ਨਲ ਕੌਨਸੈਪਟਸ ਹਨ। ਜੁੜਨ ਦੀ ਵਿਧੀ ਦੱਸ ਰਹੇ ਹਨ। ਜੋਗ ਜੁਗਤ ਇਹ ਪਾਈਏ। ਜੋਗ ਦੀ ਜੁਗਤ ਉਹ ਉਸ ਨੂੰ ਮਿਲਦੀ ਹੈ ਜਿਹੜਾ ਸ਼ਬਦ ਨਾਲ ਜੁੜ ਪਾਉਂਦਾ ਹੈ। ਨਾਮ ਔਰ ਸ਼ਬਦ, ਇਹਦੇ ਦਰਸ਼ਨ ਨਿਰੰਤਰ ਚੱਲ ਰਹੇ ਹਨ। ਇਉਂ ਲੱਗਦਾ ਹੈ ਜਿਵੇਂ ਗੁਰੂ ਨਾਨਕ ਨੂੰ ਮਿਲਣਾ ਹੈ ਤਾਂ ਨਾਮ ਔਰ ਸ਼ਬਦ ਪੱਲੇ ਰੱਖਣੇ ਪੈਣਗੇ। ਜੇ ਗੁਰੂ ਨਾਨਕ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਹੈ ਤਾਂ ਨਾਮ ਔਰ ਸ਼ਬਦ ਨੂੰ ਆਲਿੰਗਨ ਕਰਨਾ ਪਏਗਾ। ਨਾਮ ਔਰ ਸ਼ਬਦ ਨੂੰ ਆਪਣੇ ਧਿਆਨ ਵਿੱਚ ਰੱਖਣਾ ਪਏਗਾ। ਔਰ ਨਾਮ ਔਰ ਸ਼ਬਦ ਦੋਨੋਂ ਹੀ ਮੈਟਾਫਿਜ਼ੀਕਲ ਕੌਨਸੈਪਟਸ ਹਨ। ਇਹਨਾਂ ਵਿੱਚ ਮਨ ਨੂੰ ਉਤਾਰਨਾ ਪਏਗਾ ਇਹਨਾਂ ਨੂੰ ਜਾਣਨ ਵਾਸਤੇ। ਔਰ ਇੱਕ ਹੋਰ ਗੱਲ, ਜਦੋਂ ਨਾਮ ਵਿੱਚ ਉਤਰਾਂਗੇ ਤਾਂ ਵਿਚਾਰ ਨਹੀਂ ਰਹਿਣਗੇ, ਪ੍ਰੇਮ ਰਹੇਗਾ। ਜਦੋਂ ਸ਼ਬਦ ਦੇ ਰੂਪ ਹੋਵਾਂਗੇ ਤਾਂ ਵਿਚਾਰ ਨਹੀਂ ਰਵਾਂਗੇ, ਕਿਹੜੇ ਸ਼ਬਦ ਰਹੇਗਾ। ਕੇਵਲ ਸ਼ਬਦ ਔਰ ਸੁਰਤ ਦੀ ਜਿਹੜੀ ਹੈ, ਸੁਰਤ ਸ਼ਬਦ ਯੋਗ ਵਾਲੀ ਗੱਲ ਗੁਰੂ ਸਾਹਿਬ ਸਾਨੂੰ ਇਸ ਬਾਣੀ ਵਿੱਚ ਸਿੱਧ ਗੋਸ਼ਟ ਵਿੱਚ ਸਿਖਾ ਰਹੇ ਹਨ, ਸਮਝਾ ਰਹੇ ਹਨ। ਇਹ ਉਹਨਾਂ ਦੀ ਸਬਮਿਸ਼ਨ ਹੈ ਸਾਨੂੰ ਕਿ ਇਹ ਟਰਾਂਸੈਂਡੈਂਸ ਦਾ ਤਰੀਕਾ ਹੈ। ਦੁਨੀਆ ਨੂੰ ਟਰਾਂਸੈਂਡ ਕਰਨ ਦਾ ਤਰੀਕਾ ਹੈ, ਦੁਨੀਆ ਦੇ ਵਿੱਚ ਰਹਿੰਦੇ ਹੋਏ। ਜੈਸੇ ਜਲ ਮੇਂ ਕਮਲ ਨਿਰਾਲਮ, ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ ਹੈ, ਇਵੇਂ ਅਸੀਂ ਕਿਸ ਤਰ੍ਹਾਂ ਰਹਿਣਾ ਹੈ। ਸਾਨੂੰ ਸ਼ਬਦ ਦੇ ਆਸਰੇ ਔਰ ਨਾਮ ਦੇ ਆਸਰੇ ਰਹਿਣਾ ਹੈ। ਜਿਹੜੀ ਚੀਜ਼ ਬਾਰ-ਬਾਰ ਗੁਰੂ ਸਾਹਿਬ ਰਿਪੀਟ ਕਰ ਰਹੇ ਹਨ, ਉਹ ਇਸ ਕਰਕੇ ਕਰ ਰਹੇ ਹਨ ਕਿ that is fundamental to life, understanding of life.
It is fundamental to knowing my mind. It is fundamental to the solutions of life. It is fundamental to the answers of life. If I ask the right question, I will be knocking on the door of Naam and Shabad. ਔਰ ਜਦੋਂ ਬਾਣੀ ਦੇ ਵਿੱਚ ਉਤਰਾਂਗੇ ਇਹਨਾਂ ਦੋਨਾਂ ਸ਼ਬਦਾਂ ਨੂੰ ਲੈ ਕੇ ਤਾਂ ਸਾਨੂੰ ਲੱਗੇਗਾ ਕਿ ਹਰ ਸ਼ਬਦ ਵਿੱਚ ਇਹਨਾਂ ਦੇ ਦਰਸ਼ਨ ਹੋ ਰਹੇ ਹਨ, ਨਾਮ ਔਰ ਸ਼ਬਦ, ਔਰ ਇਹ ਮਨ ਦੇ ਨਾਲ ਰਿਸ਼ਤਾ ਰੱਖਦੇ ਹਨ। ਇਸ ਕਰਕੇ 3 ਸ਼ਬਦ ਮੈਂ ਸਮਝਦਾ ਵਾਂ ਕਿ ਗੁਰਮੁਖ ਮਾਰਗ ਨੂੰ ਡਿਫਾਈਨ ਕਰਨ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ, ਮਨ, ਨਾਮ ਔਰ ਸ਼ਬਦ। ਕਿਉਂਕਿ ਗੁਰੂ ਨਾਨਕ ਹਰ ਐਕਸਪੀਰੀਅੰਸ ਨੂੰ ਮਨ ਦੀ ਤਹਿ 'ਤੇ ਹੀ ਲੈ ਕੇ ਜਾ ਕੇ ਐਕਸਪਲੇਨ ਕਰਦੇ ਹਨ। ਔਰ ਯੋਗੀਆਂ ਦੇ ਇਸ ਡਿਸਕੋਰਸ ਦੇ ਵਿੱਚ 4 ਪੌੜੀਆਂ ਆਉਣਗੀਆਂ, ਜਿਹੜੀ 27 ਤੋਂ 31 ਪੌੜੀ ਜਪਜੀ ਸਾਹਿਬ ਵਿੱਚ ਵੀ ਹਨ। ਆਦੇਸ਼ ਤਿਸੇ ਆਦੇਸ਼, ਜਿੱਥੋਂ ਸਾਨੂੰ ਸਮਝ ਆਉਂਦੀ ਹੈ ਕਿ ਸਿੱਧ ਗੋਸ਼ਟ ਵਾਜ਼ ਕੰਪੋਜ਼ਡ ਬਿਫੋਰ ਜਪਜੀ, ਕਿਉਂਕਿ these 4 ਪੌੜੀਜ਼ are from Siddh Gosht in Japji Sahib. ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਜਿਸ ਵਿਭੂਤੀ ਨੂੰ ਯੋਗੀ ਕਹਿੰਦਾ ਹੈ ਮੈਂ ਮਲ ਕੇ ਯਾਦ ਰੱਖਦਾ ਹਾਂ, ਮੌਤ ਨੂੰ ਯਾਦ ਰੱਖਦਾ ਹਾਂ, ਕਿਉਂਕਿ ਇਹਨਾਂ ਦੇ ਕਨਸੈਪਟ ਵਿੱਚ ਗੋਡ ਨਹੀਂ ਹੈ। ਯੋਗੀਆਂ ਦਾ ਤੇ ਲੀਡਰ ਸ਼ਿਵ ਹੈ। ਮਹਾਰਾਜ ਕਹਿੰਦੇ ਨੇ ਉਹ ਧਿਆਨ ਬਣਾ ਲਓ ਨਾ ਆਪਣਾ, ਇਹਨੂੰ ਰਾਖ ਮਲਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਇਹੀ ਕਹਿ ਰਹੇ ਹੋ ਨਾ ਕਿ ਰਾਖ ਮਲ ਕੇ ਮੈਂ ਧਿਆਨ ਕਰਨਾ ਜਾਣਦਾ ਹਾਂ, ਤਾਂ ਰਾਖ ਦੀ ਲੋੜ ਨਹੀਂ ਹੈ, ਧਿਆਨ ਨੂੰ ਜਾਣ ਲਓ। ਮਨ ਦੀ ਅਵਸਥਾ ਵਿੱਚ ਸੰਤੋਖ ਦੀਆਂ ਮੁੰਦਰਾ ਪਾ ਲਓ, ਨਾਮ ਦੇ ਨਾਲ ਸੰਤੋਖ ਮਿਲੇਗਾ। ਕਿਉਂਕਿ ਨਾਮ ਦੇ ਨਾਲ ਹੀ, ਜਿਸ ਤਰ੍ਹਾਂ ਕੱਲ੍ਹ ਦੀ ਪੌੜੀ ਵਿੱਚ ਸਾਹਿਬ ਨੇ ਸਮਝਾਇਆ ਹੈ, ਨਾਮ ਦੇ ਬਿਨਾਂ ਮਨ ਤ੍ਰਿਪਤ ਨਹੀਂ ਹੋਏਗਾ, ਇਹਦੀ ਭਟਕਣਾ ਨਹੀਂ ਜਾਏਗੀ, ਇਹ ਸੋਲਿਊਸ਼ਨਸ ਵੱਲ ਨਹੀਂ ਚੱਲੇਗਾ। ਔਰ ਇਹਦੇ 'ਤੇ ਮਿਹਨਤ ਵੀ ਕਰਨੀ ਪਏਗੀ। ਤਾਂ ਝੋਲੀ ਜਿਹੜੀ ਅੱਡ ਕੇ ਯੋਗੀ ਖਾਣਾ ਮੰਗਦੇ ਨੇ ਲੋਕਾਂ ਨੂੰ, ਮਹਾਰਾਜ ਕਹਿੰਦੇ ਨੇ ਫਿਰ ਸ਼ਰਮ ਕਰ ਲਓ ਨਾ। ਦੋਨੋਂ ਲੈਵਲ 'ਤੇ ਸ਼ਰਮ ਬੜਾ ਮੀਨਿੰਗਫੁਲ ਵਰਡ ਬਣਦਾ ਹੈ। ਦੁਨੀਆ ਵਿੱਚ ਸ਼ਰਮ ਕਰਾਂਗੇ ਤਾਂ ਦੁਨੀਆ ਨੂੰ ਜਾਣ ਲਵਾਂਗੇ, ਓਪਨ ਮਾਈਂਡਡ ਲਈ ਸ਼ਰਮ ਕਰਾਂਗੇ ਤਾਂ, ਔਰ ਸਪਿਰਿਚੁਅਲਿਟੀ ਵਿੱਚ ਸ਼ਰਮ ਕਰਾਂਗੇ ਤਾਂ ਸ਼ਬਦ ਨਾਲ ਮਨ ਨੂੰ ਘੜ ਲਵਾਂਗੇ। ਘੜੀਏ ਸ਼ਬਦ ਸੱਚੀ ਟਕਸਾਲ, ਧਿਆਨ ਕੀ ਕਰਹੁ ਵਿਭੂਤ। ਖਿੰਥਾ ਕਾਲ, ਕਾਲ ਹੈ, ਇਹੀ ਮੇਰਾ ਰਿਮਾਈਂਡਰ ਹੈ ਕਿ ਮੈਂ ਇੱਕ ਦਿਨ ਜਾਣਾ ਵੀ ਹੈ ਇੱਥੋਂ। ਕੁਆਰੀ ਕਾਇਆ, ਫਿਜ਼ੀਕਲ ਸਟਿਮੂਲੈਂਟਸ ਨੂੰ ਅਵੋਇਡ ਕਰੀਏ। ਕੁਆਰੀ ਕਾਇਆ, ਡੋਂਟ ਅਬਿਊਜ਼ ਦ ਬੋਡੀ, ਕਿਉਂਕਿ ਇਹ ਵਹੀਕਲ ਹੈ, ਇਸ ਨੂੰ ਵਰਤ ਕੇ ਅਸੀਂ ਸਪਿਰਿਚੁਅਲਿਟੀ ਕਮਾਣੀ ਹੈ। ਜੁਗਤ ਡੰਡਾ ਪ੍ਰਤੀਤ, ਮੈਥਡ ਜਿਹੜੀ ਹੈ ਉਹ ਪ੍ਰਤੀਤੀ ਹੈ, ਉਸ ਦੀ ਨਿਰੰਕਾਰ ਦੀ ਪ੍ਰਤੀਤ ਕਰਨੀ ਮੇਰੀ ਜੁਗਤ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ। ਇਹ ਹੁਣ ਬਾਰਡਰਲੈਸ ਸਪਿਰਿਚੁਅਲਿਟੀ ਦੀ ਗੱਲ ਚੱਲ ਰਹੀ ਹੈ। ਆਈ ਪੰਥੀ ਇੱਕ ਪੰਥ ਹੈ ਯੋਗੀਆਂ ਦਾ, ਉਹਨਾਂ ਨੂੰ ਸਾਹਿਬ ਕਹਿ ਰਹੇ ਨੇ ਤੁਸੀਂ ਸਾਰੀ ਦੁਨੀਆ ਨੂੰ ਆਪਣੀ ਜਮਾਤ ਜਾਣੋ, ਲੈਟ ਦ ਵਰਲਡ ਬੀ ਵਨ। ਆਈ ਪੰਥੀ ਸਗਲ ਜਮਾਤੀ। ਔਰ ਫਿਰ ਇੱਕ ਬੜੀ ਰਿਵੀਲਿੰਗ ਕੰਪਲੀਟ ਸਟੇਟਮੈਂਟ ਦਿੰਦੇ ਹਨ, ਮਨ ਜੀਤੇ ਜਗ ਜੀਤ। ਬਿਨਾਂ ਮਨ ਨੂੰ ਜਿੱਤੇ ਜੀਵਨ ਨਹੀਂ ਜਿੱਤਿਆ ਜਾ ਸਕਦਾ। ਇੱਕ ਇੱਕ ਗੱਲ ਸਾਨੂੰ ਪੱਲੇ ਬਣ ਕੇ ਸਮਝਣੀ ਪਏਗੀ ਟੂ ਅੰਡਰਸਟੈਂਡ ਲਾਈਫ, ਕਿਉਂ ਅਸੀਂ ਜੀਵਨ ਨੂੰ ਸਮਝਣਾ ਚਾਹੁੰਦੇ ਹਾਂ, ਪਰ ਬਿਨਾਂ ਮਨ ਨੂੰ ਜਿੱਤੇ ਜੀਵਨ ਨਹੀਂ ਜਿੱਤ ਪਾਵਾਂਗੇ। ਤਾਂ ਇਹ ਅਗਰ ਇੱਕ ਸਟੇਟਮੈਂਟ ਨੂੰ ਅਸੀਂ ਐਨਾਲਾਈਜ਼ ਕਰੀਏ ਤਾਂ ਬਹੁਤ ਲੇਅਰਸ ਖੁੱਲ੍ਹਦੀਆਂ ਨੇ। ਤਾਂ ਮੈਂ ਜੰਗ ਦੇ ਮੈਦਾਨ ਵਿੱਚ ਅਗਰ ਹਾਰਦਾ ਵਾਂ ਤਾਂ ਮੈਂ ਫਿਰ ਵੀ ਜਿੱਤ ਕੇ ਜਾਂਦਾ ਵਾਂ, ਇਫ ਆਈ ਹੈਵ ਨਾਟ ਚੋਜ਼ਨ ਟੂ ਬੀ ਵਾਇਲੈਂਟ।
ਜਿੱਤ ਸਿਰਫ ਮਨ ਦੀ ਤਹਿ ਤੇ ਹੈ। ਫਿਜ਼ੀਕਲ ਲੈਵਲ ਵਿੱਚ ਜਿੱਤ ਅਸਲ ਵਿੱਚ ਜਿੱਤ ਨਹੀਂ ਹੈ। ਅਤੇ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ, ਉਹ ਅਗਰ ਜੰਗ ਦੀ ਮੈਦਾਨ ਵਿੱਚ ਵੀ ਉਤਰਿਆ, ਉਹ ਜਿੱਤਿਆ ਹੋਇਆ ਉਤਰਿਆ। ਉੱਥੇ ਹਾਰ ਔਰ ਜਿੱਤ ਫਿਜ਼ੀਕਲੀ ਮੈਟਰ ਨਹੀਂ ਕਰਦੀ। ਅਸੀਂ ਜ਼ਫਰਨਾਮੇ ਦੀ ਇੱਕ ਗੱਲ ਜਪਜੀ ਸਾਹਿਬ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਧਿਆਨ 'ਚ ਕੀਤੀ ਸੀ। ਬੀਵੀ ਗਰਦਿਸ਼ੇ ਬੇਵਫਾਏ ਜ਼ਮਾਂ, ਬੀਵੀ ਗਰਦਿਸ਼ੇ ਬੇਵਫਾਏ ਜ਼ਮਾਂ ਕੇ ਬਰਹਰ ਬਗੁਜ਼ਰ ਮਕੀਨੋ ਮਕਾਂ। ਦੇਖ, ਪਰਸ਼ੀਅਨ ਵਿੱਚ ਕਹਿੰਦੇ ਨੇ, ਦੇਖ ਗਰਦਿਸ਼ ਜ਼ਮਾਨਾ ਬੇਵਫਾ ਹੈ। The world is deceitful। ਕਿ ਸਮੇਂ ਦੇ ਚੱਲਣ ਨਾਲ, with time, neither does the house remain nor the residents of the house remain। ਵਿਕਟਰੀ ਕਿੱਥੇ ਹੈ? ਤਾਂ ਅਸਲ ਵਿਕਟਰੀ ਮਨ ਦੀ ਤਹਿ ਤੇ ਹੈ। ਜਦੋਂ ਮੈਂ ਮਨ ਤੇ ਜਿੱਤ ਜਾਂਦਾ ਵਾਂ ਤਾਂ ਮੈਂ ਮੌਤ ਨੂੰ ਵੀ ਜਿੱਤ ਲੈਂਦਾ ਹਾਂ। Then time cannot erase me। Then I am even when there is no life, no physical life, because my mind is awakened to the true spirit of existence, that which is forever। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਤਾਂ ਮਨ ਨੂੰ ਜਿੱਤਣ ਦੀ ਵਿਧੀਆਂ ਕੀ ਨੇ, ਸਿੱਧ ਗੋਸ਼ਟੀ ਵਿੱਚ ਸਮਝਾਉਂਦੇ ਚੱਲ ਰਹੇ ਹਨ। ਨਾਨਕ ਬੋਲੇ ਗੁਰਮੁਖ ਬੂਝੇ। ਗੁਰਮੁਖ ਜਾਣ ਗਿਆ ਹੈ, ਗੁਰਮੁਖ ਨੂੰ ਰਿਵੀਲ ਹੋ ਗਿਆ ਹੈ, ਗੁਰਮੁਖ ਨੇ ਰਿਅਲਾਈਜ਼ ਕਰ ਲਿਆ ਹੈ, ਗੁਰਮੁਖ ਨੇ ਆਪਣੇ ਮਨ ਦਾ ਉਹ ਰੰਗਤ ਬਣਾ ਦਿੱਤੀ ਹੈ ਜਿਸ ਨਾਲ ਉਹ ਜੁੜ ਸਕਦਾ ਹੈ। ਹੁਣ ਉਸ ਨੂੰ ਕਿਸ ਤਰ੍ਹਾਂ ਹਰਾਓਗੇ? ਜੋਗ ਜੁਗਤ ਇਵ ਪਾਈਏ। ਇਸ ਤਰ੍ਹਾਂ ਜੋਗ ਦੀ ਜੁਗਤ ਉਹਨੇ ਪਾ ਲਈ ਹੈ। ਫਿਰ ਸਾਹਿਬ ਅੱਗੇ ਕੀ ਦੱਸਦੇ ਹਨ? ਅਗਲੀ ਪੌੜੀ ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਐਕਸਪੀਰੀਅੰਸ ਰਿਵੀਲ ਹੁੰਦਾ ਹੈ। ਜਿਹੜੀ ਮੁੰਦਰਾ ਦੀ ਗੱਲ, ਜਿਹੜੀ ਖਿੰਥਾ ਦੀ ਗੱਲ, ਜਿਹੜੀ ਝੋਲੀ ਦੀ ਗੱਲ ਯੋਗੀਆਂ ਨੇ ਕੀਤੀ, ਗੁਰੂ ਸਾਹਿਬ ਟੇਕਸ ਕਿਊ ਫਰੋਮ ਦੇਅਰ, ਔਰ ਉਸੇ ਨੂੰ ਉਹ ਸਮਝਾਉਂਦੇ ਚੱਲਦੇ ਹਨ ਸਾਨੂੰ ਕਿ ਇਹਦਾ ਮਤਲਬ ਕੀ ਬਣਦਾ ਹੈ। ਇਹ ਫਿਜ਼ੀਕਲ ਲੈਵਲ ਦੀ ਗੱਲ ਹੈ ਔਰ ਮਨ ਦੇ ਵਿੱਚ ਕੀ ਇਹਦੇ ਟ੍ਰਾਂਜੈਕਸ਼ਨ ਚੱਲਦੇ ਹਨ। ਅਸੀਂ ਨਾ ਭੁੱਲੀਏ ਕਿ ਇਸ ਸ਼ਬਦ ਦੇ, ਇਸ ਬਾਣੀ ਦੀ ਜਿਹੜੀ ਰਹਾਉ ਦੀ ਤੁਕ ਹੈ, ਜਿਹੜੀ ਫੰਡਾਮੈਂਟਲ ਥਾਟ ਪ੍ਰੋਸੈਸ ਹੈ, ਉਹ ਹੈ ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਕਿਆ ਭਵੀਏ, ਅਸੀਂ ਕਿੱਥੇ ਕਿੱਥੇ ਘੁੰਮਦੇ ਹਾਂ, ਮੇਰਾ ਮਨ ਕਿੱਧਰ ਕਿੱਧਰ ਭਟਕਦਾ ਹੈ, ਕਿੱਥੇ ਕਿੱਥੇ ਵਿਚਰਦਾ ਹੈ। ਸੱਚ ਸੂਚਾ ਹੋਵੇ, ਸੱਚ ਤਾਂ, ਸੱਚ ਨੂੰ ਜਦੋਂ ਮਿਲਾਂਗੇ ਤਾਂ ਹੀ ਸੁੱਚੇ ਹੋਵਾਂਗੇ, ਤਾਂ ਹੀ ਅਸੀਂ ਧੋਤੇ ਜਾਵਾਂਗੇ, ਤਾਂ ਹੀ ਨਿਰਮਲ ਹੋਵਾਂਗੇ। ਸਾਚ ਸ਼ਬਦ, ਸੱਚੇ ਦੇ ਬਖਸ਼ੇ ਸ਼ਬਦ ਬਿਨਾ ਬਿਨ ਮੁਕਤ ਨਾ ਕੋਏ। ਬਿਨਾ ਉਸ ਸ਼ਬਦ ਦੇ ਨਾਲ ਸਾਂਝ ਪਏ ਅਸੀਂ ਮੁਕਤ ਨਹੀਂ ਹੋਵਾਂਗੇ, ਫਰੀ ਨਹੀਂ ਹੋਵਾਂਗੇ। ਮੁਕਤੀ ਇਸ ਤਰ੍ਹਾਂ ਗਿਣ ਲਈਏ, ਆਜ਼ਾਦ ਨਹੀਂ ਹੋਵਾਂਗੇ। ਤਾਂ ਇਹ ਯੋਗ ਦੀ ਗੱਲ ਗੁਰੂ ਸਾਹਿਬ ਸਾਡੇ ਸਾਹਮਣੇ ਨਵੇਂ ਤਰੀਕੇ ਨਾਲ ਰੱਖ ਰਹੇ ਹਨ, ਯੋਗੀਆਂ ਦੇ ਅੱਗੇ ਰੱਖ ਰਹੇ ਹਨ। ਜਿਸ ਗੱਲ ਨੂੰ ਯੋਗੀਆਂ ਨੇ ਸਾਹਮਣੇ ਰੱਖਿਆ ਹੈ, ਉਸੇ ਗੱਲ ਨੂੰ ਪਕੜ ਕੇ ਉਹ ਉਸੇ ਨੂੰ ਐਕਸਪਲੇਨ ਕਰਦੇ ਹਨ। ਕੰਨਾਂ ਵਿੱਚ ਮੁੰਦਰਾ ਪਾਉਣ ਨਾਲ ਫਿਜ਼ੀਕਲੀ ਮਨ ਨਹੀਂ ਬੰਨਿਆ ਜਾਂਦਾ। ਮਨ ਕਿਸ ਚੀਜ਼ ਨਾਲ ਬੰਨਿਆ ਜਾਏਗਾ? ਸ਼ਬਦ ਨਾਲ, ਨਾਮ ਨਾਲ। ਤਾਂ ਮਨ ਦੇ ਜਿਹੜੀ ਅਸਲ ਈਅਰਿੰਗਸ ਹਨ ਜਾਂ ਮੁੰਦਰਾ ਹਨ, ਉਹ ਤਾਂ ਨਾਮ ਹੈ, ਉਹ ਤਾਂ ਸ਼ਬਦ ਹੈ। ਅਸੀਂ ਆਪਣੇ ਆਪ ਨੂੰ ਧੋਖਾ ਦੇ ਕੇ ਬਾਹਰਲੇ ਫਿਜ਼ੀਕਲ ਐਸਪੈਕਟਸ 'ਤੇ ਫੋਕਸ ਰੱਖਦੇ ਰਹੀਏ ਔਰ ਮਨ ਦੀ ਤਹਿ 'ਤੇ ਨਾ ਉਤਰੀਏ ਤਾਂ ਸਪਿਰਿਚੁਅਲਿਟੀ ਸਾਡੇ ਤੋਂ ਓਝਲ ਰਹੇਗੀ, ਦੂਰ ਰਹੇਗੀ।
ਮਨ ਦੀ ਤਹਿ 'ਤੇ ਉਤਰ ਕੇ ਹੀ ਸਪਿਰਿਚੁਅਲਿਟੀ ਦੀ ਨੌਲੇਜ ਅਵੇਅਰਨੈਸ ਹੋ ਸਕਦੀ ਹੈ। ਸਾਈਕੋਲੋਜੀ ਦੀ ਵੀ ਉਹਦੇ ਨਾਲ ਕਨੈਕਸ਼ਨ ਹੈ। ਇਹ ਜਿਹੜੀ ਗੱਲ 12 ਪੰਥਾਂ ਦੀ ਗੱਲ ਯੋਗੀਆਂ ਦੀ ਹੈ, ਇਹਨੂੰ ਵੈਸੇ ਐਕਸਪਲੇਨ ਕੀਤਾ ਜਾ ਸਕਦਾ ਹੈ, ਪਰ ਮੈਨੂੰ ਪੂਰੇ ਦੇ ਨਾਂ ਵੀ ਨਹੀਂ ਪਤਾ ਹਨ, ਪਰ ਇਹ 12 ਹਨ ਔਰ 6 ਇਹਨਾਂ 'ਚ ਫਿਲੋਸਫੀਜ਼ ਨੇ ਇਹਨਾਂ ਦੀਆਂ, ਜਾਂ ਥਿੰਕਿੰਗ ਪ੍ਰੋਸੈਸਿਸ ਨੇ, ਜਾਂ ਇਹਨਾਂ ਦੀ ਆਈਡੀਓਲੋਜੀਜ਼ ਨੇ ਯੋਗੀਆਂ ਦੀ। ਇਸ ਰਾਜ ਯੋਗ ਦੀ ਗੱਲ, ਜੋਗਿੰਦਰਾ ਵਰਡ ਨੂੰ ਅਗਰ ਲਿਟਰਲੀ ਟਰਾਂਸਲੇਟ ਕਰੀਏ ਤਾਂ ਰਾਜ ਯੋਗ ਦੀ ਗੱਲ ਚੱਲਦੀ ਹੈ। ਔਰ ਭੱਠਾਂ ਵਿੱਚ ਦੀ ਵੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹਦੇ ਵਿੱਚ ਰਾਜ ਯੋਗ ਦੀ ਗੱਲ ਚੱਲੀ ਹੈ। ਪਰ ਉੱਥੇ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਗੁਰੂ ਨਾਨਕ ਦੀ ਆਈਡੀਓਲੋਜੀ ਨੂੰ ਇਸ ਕਰਕੇ ਮੰਨਦੇ ਹਾਂ ਕਿ ਦੁਨੀਆ ਦੇ ਰਾਜ ਨੂੰ ਔਰ ਸਪਿਰਿਚੁਅਲ ਯੋਗ ਨੂੰ ਨਾਨਕ ਦੋਨਾਂ ਨੂੰ ਜਾਣਦਾ ਹੈ। ਨਾਨਕ ਨੇ ਦੁਨੀਆ ਨੂੰ ਛੱਡ ਕੇ ਯੋਗ ਨਹੀਂ ਪਾਇਆ, ਰਾਜ ਨੂੰ ਪ੍ਰਾਪਤ ਕਰਕੇ ਫਿਰ ਯੋਗ ਪਾਇਆ ਹੈ, ਨਾਲ ਯੋਗ ਪਾਇਆ ਹੈ। ਸੋ ਐਕਸੈਪਟੈਂਸ ਆਫ ਬੋਥ ਐਸਪੈਕਟਸ ਆਫ ਲਾਈਫ। ਤਾਂ ਇਹਦੇ ਵਿੱਚ ਪੇਨ ਨੂੰ ਅਵੋਇਡ ਕਰਨ ਨਾਲ, ਦੁਨੀਆ ਨੂੰ ਛੱਡਣ ਨਾਲ ਪੇਨ ਅਵੋਇਡ ਹੋ ਜਾਏਗੀ। ਇਟਸ ਅ ਬਿਗ ਡਿਬੇਟੇਬਲ ਇਸ਼ੂ। ਵੀ ਕੈਨ ਫੀਲ ਲਾਈਕ ਦੈਟ, ਬਟ ਇਟਸ ਟਰੂ ਔਰ ਨੋਟ। ਇਹ ਰੈਪੀਟੇਟਿਵ ਪੇਨ ਤੋਂ ਡਰ ਕੇ ਵੀ ਜਦੋਂ ਅਸੀਂ ਚੱਲਦੇ ਹਾਂ ਤਾਂ ਜੀਵਨ ਵਿੱਚ ਪੇਨ ਨੂੰ ਫਿਰ ਇਨਵਾਈਟ ਹੀ ਕਰਦੇ ਹਾਂ। ਇਸ ਵਿਧੀ ਨੂੰ ਹੁਣ ਸਾਹਿਬ ਅੱਗੇ ਸਮਝਾ ਰਹੇ ਹਨ। ਅੰਤਰ ਸ਼ਬਦ, ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ। ਇਹ ਹੁਣ ਜਿਵੇਂ ਆਪ ਨੂੰ ਮੈਂ ਸਬਮਿਟ ਕੀਤਾ ਸ਼ੁਰੂ 'ਚ, ਬਾਰ-ਬਾਰ ਸਾਹਿਬ ਸ਼ਬਦ ਔਰ ਨਾਮ ਦੇ ਵੱਲ ਸਾਨੂੰ ਪ੍ਰੇਰਦੇ ਜਾ ਰਹੇ ਹਨ। ਜਿਵੇਂ ਦਾ key to spirituality is somewhat related to these two ideas or thoughts or practices or experiences. And to know them is how to know our inner spirituality. Antar Shabad, Nirantar Mudra. Nirantar is in continuum. Antar, within my mind, is the Shabad. Nirantar, constant presence, never detached, always connected. ਇਹ ਹੁਣ ਮੁਦਰਾ ਹੈ, ਇਹ ਮੁੰਦਰਾ ਪਾਣੀ ਹੈ, ਇਹ ਮਨ ਦੇ ਵਿੱਚ ਪੈ ਗਈ ਹੈ। ਮਨ ਦੇ ਵਿੱਚ ਮੈਂ ਸ਼ਬਦ ਨੂੰ ਰਿਲੇਸ਼ਨ ਵਿੱਚ ਪਾ ਦਿੱਤਾ, ਸ਼ਬਦ ਨੂੰ ਨਾਲ ਮੈਂ ਮਨ ਨੂੰ ਬੰਨ੍ਹ ਦਿੱਤਾ, ਤਾਂ ਮੇਰੀ ਸਾਰੀ ਭਟਕਣ ਦੁਨੀਆ ਦੀ ਮਨ ਦੀ ਲੈਵਲ 'ਤੇ ਹੀ ਹੈ ਨਾ। ਕਈ ਵਾਰ ਮੈਂ ਇੱਕੋ ਜਗ੍ਹਾ ਬੈਠਾ ਹੁੰਦਾ, ਮੇਰੀ ਸੋਚ ਮੈਨੂੰ ਕਿੱਥੇ ਕਿੱਥੇ ਲੈ ਜਾਂਦੀ ਹੈ। ਮੈਂ ਇੱਕ ਬਹੁਤ ਅੱਛੀ ਜਗ੍ਹਾ 'ਤੇ ਖੁਸ਼ੀ ਦੇ ਸਥਾਨ 'ਤੇ ਬੈਠਾ ਹਾਂ, ਪਰ ਮਨ ਮੇਰਾ ਦੁਖੀ ਹੈ ਤਾਂ ਮੈਂ ਦੁਖੀ ਹਾਂ। ਮੈਂ ਇੱਕ ਬਹੁਤ ਡੂੰਘੇ ਸੋਚ ਵਿੱਚ ਉਤਰ ਗਿਆ ਹਾਂ ਤਾਂ ਮੈਂ ਦੁਨੀਆ ਤੋਂ ਡਿਟੈਚ ਹੋ ਗਿਆ ਹਾਂ। ਤਾਂ ਇਹ ਲਾਈਫ ਐਕਸਪੀਰੀਅੰਸ ਤਾਂ ਮਨ ਦੇ ਥਰੂ ਹੀ ਹੋ ਰਿਹਾ ਹੈ। ਤਾਂ ਜਦ ਮੈਂ ਮਨ ਨੂੰ ਸ਼ਬਦ ਨਾਲ ਜੋੜਿਆ ਹੈ, ਸ਼ਬਦ ਨੂੰ ਅਸੀਂ ਕੱਲ੍ਹ ਡਿਸਕਸ ਕੀਤਾ ਸੀ, ਪਾਣੀ ਦੀ ਤਰ੍ਹਾਂ ਮੈਂ ਆਪ ਨੂੰ ਐਕਸਪਲੇਨ ਕੀਤਾ ਸੀ ਕਿ ਜਿਵੇਂ ਨਿਰੰਕਾਰ ਦੀ ਪ੍ਰੈਜ਼ੈਂਸ ਹੈ, ਪਰ ਸ਼ਬਦ ਦੇ ਐਕਸਪੀਰੀਅੰਸਿਸ ਵੀ ਹਨ। ਜਿਵੇਂ ਗੁਰੂ ਅਮਰਦਾਸ ਸਾਨੂੰ ਸਮਝਾਉਂਦੇ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਆਨੰਦ ਨਾਲ ਰਿਲੇਸ਼ਨ ਰੱਖਦੇ ਹਨ। ਇੱਕ ਅੰਤਰ ਵਿੱਚ ਇੱਕ ਆਨੰਦ ਛਿਪਿਆ ਹੈ। ਮੇਰੇ ਮਨ ਦੇ ਵਿੱਚ ਇੱਕ ਖੁਸ਼ੀ ਹੈ ਜਿਹੜੀ ਉੱਥੇ ਹੈ, ਕੁਝ ਕਰਨ ਨਾਲ ਨਹੀਂ ਹੈ, ਕੁਝ ਇਮੈਜਿਨ ਕਰਨ ਨਾਲ ਨਹੀਂ ਹੈ, ਉਹ ਉੱਥੇ ਹੈ ਹੀ। ਜਿਸ ਤਰ੍ਹਾਂ ਕਿਸੇ ਕੋਲ ਕੋਈ ਸੋਨਾ ਪਿਆ ਹੋਏ ਔਰ ਉਹ ਉਸ ਨੂੰ ਲੱਗੇ ਕਿ ਉਹਨੂੰ ਕਮਾਉਣ ਦੀ ਲੋੜ ਹੈ, ਪਰ ਉਹ ਤਾਂ ਉੱਥੇ ਪਹਿਲੇ ਹੀ ਹੈ। ਕਮਾਉਣ ਦੀ ਲੋੜ ਨਹੀਂ ਹੈ, ਸਿਰਫ ਜਾਣਨ ਦੀ ਲੋੜ ਹੈ ਕਿ ਉੱਥੇ ਹੈ। ਇੱਕ ਸੂਫੀ ਸਟੋਰੀ ਹੈ ਬੜੀ ਪੁਰਾਣੀ ਕਿ ਇੱਕ ਜਨ ਸੁੱਤਾ, ਉਹਨੂੰ ਸੁਪਨਾ ਆਇਆ ਕਿ ਫਲਾਣੇ ਬ੍ਰਿਜ ਦੇ ਥੱਲੇ ਸੋਨਾ ਦੱਬਿਆ ਹੈ, ਔਰ ਉਹ ਭਟਕਦਾ ਹੋਇਆ ਉੱਥੇ ਗਿਆ, ਉੱਥੇ ਖੋਦਿਆ ਤਾਂ ਉੱਥੇ ਨਹੀਂ ਲੱਭਿਆ। ਤਾਂ ਉੱਥੋਂ ਇੱਕ ਸਾਧੂ ਚੱਲਦਾ ਸੀ, ਤਾਂ ਉਹਨੇ ਪੁੱਛਿਆ ਵੀ ਕੀ ਖੋਦਦਾ ਹੈ?
ਇਹਨੇ ਕਿਹਾ ਜੀ ਮੈਂ ਤਾਂ ਰਾਤ ਸੁਪਨਾ ਆਇਆ ਸੀ ਕਿ ਇੱਥੇ ਤਾਂ ਸੋਨਾ ਦੱਬਿਆ ਹੈ। ਸਾਧੂ ਨੇ ਕਿਹਾ ਸੋਨਾ ਤਾਂ ਦੱਬਿਆ ਹੀ ਹੈ, ਪਰ ਤੇਰੇ ਮੰਜੇ ਥੱਲੇ ਦੱਬਿਆ, ਜਿੱਥੋਂ ਤੂੰ ਆਇਆ ਉੱਥੇ ਹੀ ਸੋਨਾ ਪਿਆ ਸੀ, ਇੱਥੇ ਨਹੀਂ ਹੈ। ਸੋ ਇਹ ਅਵੇਅਰਨੈਸ ਸਾਨੂੰ ਨਹੀਂ ਹੈ ਕਿ ਦੇयर ਲਾਈਜ਼ ਵਿਦਿਨ ਅਸ certain experiences for which we don't have to go anywhere but inwards. And this is not what we are convinced about. We are not convinced that this is true. Otherwise, why will we avoid it? ਜੇ ਮੈਨੂੰ ਭਰੋਸਾ ਹੋਏ ਕਿ ਮੇਰੇ ਮਨ ਦੇ ਵਿੱਚ ਖੁਸ਼ੀ ਹਾਜ਼ਰ ਹੈ ਬਿਨਾਂ ਕੁਝ ਕਰੇ, ਮੈਂ ਕਨਵਿੰਸ ਹੋ ਜਾਵਾਂ, ਤਾਂ ਮੈਂ ਉਹਦੇ ਪਿੱਛੇ ਲੱਭਣ ਪਿੱਛੇ ਲੱਗ ਜਾਵਾਂਗਾ। ਪਰ ਗੁਰੂ ਦੇ ਕਹਿਣ 'ਤੇ ਵੀ ਮੈਨੂੰ ਭਰੋਸਾ ਨਹੀਂ ਹੋ ਰਿਹਾ, ਮੈਂ ਡਾਊਟ ਹੀ ਕਰਦਾ। ਦਰਅਸਲ ਡਾਊਟ ਤੇ ਕਰਨਾ ਬਣਦਾ ਵੀ ਹੈ। ਜਦ ਤੱਕ ਸਮਝ ਨਹੀਂ ਆਉਂਦੀ, ਜਦ ਤੱਕ ਐਕਸਪੀਰੀਅੰਸ ਨਹੀਂ ਆਉਂਦਾ, ਸਾਨੂੰ ਸਮਝ ਨਹੀਂ ਆਉਂਦੀ ਕੀ ਹੈ ਔਰ ਕੀ ਨਹੀਂ ਹੈ। ਪਰ ਗੁਰੂ ਕਹਿ ਰਿਹਾ ਹੈ ਕਿ ਗੁਰੂ ਦੇ ਮਿਲਣ ਨਾਲ ਆਨੰਦ ਦੇ ਦਰਵਾਜ਼ੇ ਖੁੱਲ੍ਹਦੇ ਹਨ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਿਰਫ ਗੁਰੂ ਦੇ ਪਾਣ ਇਜ਼ ਦੀ ਓਨਲੀ ਕੰਡੀਸ਼ਨ। ਸ਼ਬਦ ਗੁਰੂ ਦੇ ਮਿਲਣ ਨਾਲ ਆਨੰਦ ਦੀ ਕਿਰਪਾ, ਆਨੰਦ ਦੇ ਕਰਮ ਨਿਰੰਕਾਰ ਵੱਲੋਂ ਹੋ ਜਾਂਦੇ ਹਨ, ਅਕਾਰਨ, ਵਿਦਾਊਟ ਰੀਜ਼ਨ। ਦਿਸ ਇਜ਼ ਦੀ existence of happiness within me, and that's what makes this whole process a gift, a grace, and a permanent story of love. So ਜਿਸ ਨਾਮ ਦੀ ਗੱਲ ਗੁਰੂ ਸਾਹਿਬ ਬਾਰ-ਬਾਰ ਸਾਨੂੰ ਸੰਕੇਤ ਰੂਪ ਵਿੱਚ ਕਰਦੇ ਹਨ, ਉਹ ਇਸ ਆਨੰਦ ਨਾਲ ਭਰਿਆ ਨਾਮ ਹੈ, ਜਿਹਦੀ ਹਲਕੀ ਹਲਕੀ ਹਵਾ ਸਾਨੂੰ ਨਾਮ ਅਭਿਆਸ ਵਿੱਚ ਉਤਰਦੇ ਆਉਂਦੀ ਹੈ। ਜਦੋਂ ਮੈਂ ਨਾਮ ਦੇ ਅਭਿਆਸ ਵਿੱਚ ਉਤਰ ਜਾਂਦਾ, ਮੈਨੂੰ ਮਿੱਠੀ ਮਿੱਠੀ ਹਵਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਅੱਜ ਬੜਾ ਲਾਈਟ ਫੀਲ ਕਰਦਾ, ਇੱਕ ਖੁਸ਼ੀ ਜੀ ਆ ਰਹੀ ਹੈ ਮਨ ਵਿੱਚ। ਤਾਂ ਅਸੀਂ ਉਸ ਆਨੰਦ ਦੇ ਨੇੜੇ ਚੱਲਦੇ ਜਾ ਰਹੇ ਹਾਂ। ਸੋ ਇਹ ਜਿਹੜੀ ਗੱਲ ਸ਼ਬਦ ਔਰ ਨਾਮ ਦੀ ਹੈ, ਇਟਸ ਨਾਟ ਐਨ ਐਮਟੀ ਇਸ਼ੂ, it's full of promise of unconditional happiness, which is absolute, that which exists within us, and nobody can take it away from us after that. That's the other issue. Physically, we can be still harmed. In the physical life, we can still be affected by people, but that experience will never go away. ਮੈਨੂੰ ਐਕਸਪੀਰੀਅੰਸ ਨਹੀਂ ਹੈ, ਪਰ ਬਾਣੀ ਹੈ ਕਹਿ ਰਹੀ ਹੈ, ਬਾਣੀ ਹੈ ਸਮਝਾ ਰਹੀ ਹੈ ਬਾਰ-ਬਾਰ ਕਿ ਆਪਣੇ ਅੰਤਰ ਨਾਮ ਔਰ ਸ਼ਬਦ ਨਾਲ ਰਿਲੇਸ਼ਨ ਰੱਖੋ। ਕਿਉਂ ਕਹਿ ਰਹੀ ਹੈ? ਮੈਂ ਉਸ ਤੇ ਅੱਗੇ ਆਪ ਨਾਲ ਸ਼ੇਅਰ ਕਰ ਰਿਹਾ ਹਾਂ, ਕਿਉਂਕਿ ਉਸ ਆਨੰਦ ਤੋਂ ਹੀ ਮੈਨੂੰ ਤ੍ਰਿਪਤਤਾ ਮਿਲੇਗੀ, ਉਸ ਆਨੰਦ ਤੋਂ ਹੀ ਮੇਰਾ ਮਨ ਸ਼ਾਂਤ ਹੋਏਗਾ, ਉਸ ਆਨੰਦ ਕਰਕੇ ਹੀ ਮੇਰਾ ਮਨ ਟਿਕੇਗਾ, ਉਸ ਆਨੰਦ ਕਰਕੇ ਹੀ ਭਟਕਣਾ ਹਟੇਗੀ, ਉਸ ਆਨੰਦ ਕਰਕੇ ਹੀ ਮੇਰੀ ਡਿਪੈਂਡੈਂਸ ਫਿਜ਼ੀਕਲ ਵਰਲਡ 'ਤੇ ਖਤਮ ਹੋਣੀ ਸ਼ੁਰੂ ਹੋ ਜਾਏਗੀ। ਇਮੀਡੀਏਟਲੀ ਤਾਂ ਸ਼ਾਇਦ ਨਾ ਖਤਮ ਹੋਏ ਜੋ ਬਾਣੀ ਕਹਿੰਦੀ ਹੈ, ਪਰ ਸਣੇ ਸਣੇ ਤਾਂ ਹਜ਼ੂਰ ਕਹਿੰਦੇ ਹਨ ਅੰਤਰ ਸ਼ਬਦ ਨਿਰੰਤਰ ਮੁਦਰਾ। ਇਹ ਨਿਰੰਤਰ ਕੌਨਸਟੈਂਟਲੀ ਸ਼ਬਦ ਜੁੜਦਾ ਹੈ ਸਾਡੇ ਨਾਲ। ਫਿਰ ਇਹ ਅੰਤਰ ਦੇ ਐਕਸਪੀਰੀਅੰਸ ਦੀ ਗੱਲ ਸ਼ੇਅਰ ਹੋ ਰਹੀ ਹੈ। ਗੁਰੂ ਸਾਹਿਬ ਆਪਣੇ ਇੰਟਰਨਲ ਐਕਸਪੀਰੀਐਂਸਿਸ ਸ਼ੇਅਰ ਕਰ ਰਹੇ ਹਨ। ਹਉਮੈ ਮਮਤਾ ਦੂਰ ਕਰੀ। ਹੁਣ ਇਹਦੇ ਕਰਕੇ ਈਗੋ ਤੋਂ ਵੀ ਮੈਂ ਦੂਰ ਚਲਾ ਗਿਆ। ਜਿਹੜਾ ਹਉਮੈ ਵਾਲਾ ਮਨ ਹੈ ਉਹ ਮੇਰੇ ਤੋਂ ਦੂਰ ਚਲਾ ਗਿਆ। ਮਮਤਾ ਦਾ ਵੀ ਫਾਊਂਡੇਸ਼ਨ ਈਗੋ ਨਾਲ ਹੀ ਰਿਲੇਸ਼ਨ ਰੱਖਦੀ ਹੈ। ਮਮ ਦਾ ਮਤਲਬ ਮੈਂ ਹੈ। ਮੈਂ ਤੋਂ ਸਾਰੀ ਸਟੋਰੀ ਸ਼ੁਰੂ ਹੁੰਦੀ ਹੈ। ਅਸੀਂ ਉਹ ਕੈਟ ਵਾਲੀ ਗੱਲ ਸਾਧੂ ਦੀ ਸ਼ੇਅਰ ਵੀ ਕੀਤੀ ਸੀ ਪਿਛਲੀ ਵਾਰ ਜਪਜੀ 'ਚ। ਸੋ ਜੋ ਮੇਰੀ ਸਬਮਿਸ਼ਨ ਹੈ, ਜੋ ਮਹਾਰਾਜ ਕਹਿ ਰਹੇ ਹਨ ਕਿ ਹਉਮੈ ਮਮਤਾ ਦੂਰ ਕਰੀ। ਜੋ ਇਸ਼ੂ ਹੈ ਮੇਰਾ, ਫੰਡਾਮੈਂਟਲ ਪ੍ਰੋਬਲਮ ਹੈ ਮੇਰੀ, ਜਿਸ ਕਰਕੇ ਮੈਨੂੰ ਵਿਜ਼ਨ ਆਫ ਲਾਈਫ ਮੇਰਾ ਬਲੌਕਡ ਹੈ, ਉਹ ਇਸ ਹਉਮੈ ਕਰਕੇ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ ਕਿਹੜੀ ਹੈ? ਇਹ ਹਉਮੈ ਦੀ ਪਾਲ ਹੈ। ਹਉਮੈ ਦੀ ਦੀਵਾਰ ਹੈ।
ਹਉਮੈ ਦਾ ਇੱਕ ਪਰਦਾ ਹੈ which blocks me from seeing the reality of life. ਸੋ ਗੁਰੂ ਸਾਹਿਬ ਕਹਿ ਰਹੇ ਹਨ ਕਿ ਨਾਮ ਔਰ ਸ਼ਬਦ ਦੇ ਨਾਲ ਵਾਹ ਪਾਉਣ ਨਾਲ ਸਿੱਖ ਆਪਣੇ ਇਹ ਵਿਘਨ ਵੀ ਦੂਰ ਕਰ ਦਿੰਦਾ ਹੈ, ਹਉਮੈ ਤੋਂ ਦੂਰ ਚਲਾ ਜਾਂਦਾ ਹੈ, ਮਮਤਾ ਤੋਂ ਦੂਰ, ਆਪਣੀ ਡਿਟੈਚਮੈਂਟ ਇੰਟਰਨਲ ਲੈਵਲ 'ਤੇ ਉਹਦੀ ਹੋ ਜਾਂਦੀ ਹੈ, ਭਾਵੇਂ ਉਹ ਦੁਨੀਆ ਵਿੱਚ ਉਸੇ ਤਰ੍ਹਾਂ ਰਹਿ ਰਿਹਾ ਹੈ, ਪਰ ਉਸਨੇ ਇੱਕ ਇਹੋ ਜਿਹਾ ਐਕਸਪੀਰੀਅੰਸ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਲਿਆ ਜਿਸ ਨਾਲ ਉਹਦੇ ਲਾਈਫ ਦੇ ਫੰਡਾਮੈਂਟਲਸ ਬਦਲੀ ਹੋ ਗਏ। ਉਹ ਲਾਈਫ ਦੇ ਫਿਜ਼ੀਕਲ ਫੰਡਾਮੈਂਟਲਸ 'ਤੇ ਹੁਣ ਡਿਪੈਂਡੈਂਟ ਨਹੀਂ ਹੈ, ਹੁਣ ਲਾਈਫ ਦੇ ਇਨਰ ਆਨੰਦ 'ਤੇ ਡਿਪੈਂਡੈਂਟ ਹੈ ਜਿਹੜਾ ਫੋਰਐਵਰ ਹੈ। ਉਹ ਸ਼ਬਦ ਔਰ ਨਾਮ ਨਾਲ ਹੁਣ ਉਹਦਾ ਰਿਲੇਸ਼ਨ ਹੈ, ਤਾਂ ਉਹਦੇ ਜੀਵਨ ਦਾ ਫਾਊਂਡੇਸ਼ਨ ਬਦਲੀ ਹੋ ਚੁੱਕੀ ਹੈ। ਇਸ ਕਰਕੇ ਆਪ ਦੇਖਣਾ ਕਿ ਜਦੋਂ ਸਿੱਖਾਂ ਨੂੰ ਅੱਗਾਂ ਵਿੱਚ ਉਬਾਲਿਆ ਗਿਆ ਹੈ, ਆਰਿਆਂ ਨਾਲ ਚਰਾਇਆ ਗਿਆ ਹੈ, ਤਾਂ ਉਹਨਾਂ ਦੇ ਲਾਈਫ ਫਿਜ਼ੀਕਲ ਲਾਈਫ 'ਤੇ ਉਦੋਂ ਸਾਨੂੰ ਤਾਂ ਕੋਈ ਸੂਈ ਵੀ ਮਾਰਦਾ ਸਾਨੂੰ ਕਿੰਨੀ ਚੋਟ ਲੱਗਦੀ ਹੈ, ਪਰ ਇਸ ਕਾਰਨ ਉਹਨਾਂ ਸਿੱਖਾਂ ਦੇ ਜੀਵਨ ਵਿੱਚ ਕੁਝ ਇਹੋ ਜਿਹਾ ਸਪੈਸ਼ਲ ਹੋਇਆ ਹੈ, ਕੁਝ ਇਹੋ ਜਿਹਾ ਸਮਝ ਲਈਏ ਕਿ ਕਲੈਟੋਕੈਜ਼ਮਿਕ ਹੋਇਆ ਹੈ, which has changed their internal DNA. It's not like us. And that change has happened in the fundamental level of the man. ਨਾਮ ਔਰ ਸ਼ਬਦ ਦੇ ਰਸਤੇ ਉਹਨਾਂ ਨੇ ਉਹ ਜਗ੍ਹਾ ਪਾ ਲਈ ਹੈ ਜਿੱਥੇ ਸਰੀਰ ਨੂੰ ਵੀ ਉਹ ਛੱਡਦੇ ਨੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੋ ਰਿਹਾ। ਸਰੀਰ ਵੀ ਛੱਡ ਰਹੇ ਹਨ, ਨਾਲ ਰਿਸ਼ਤੇ ਵੀ ਛੱਡ ਰਹੇ ਹਨ, ਫੈਮਿਲੀਜ਼ ਵੀ ਛੱਡ ਰਹੇ ਹਨ, ਪਰ ਛੱਡ ਕੁਛ ਵੀ ਨਹੀਂ ਰਹੇ ਹਨ। ਉਹ ਹਰ ਇੱਕ ਨਾਲ ਜੁੜੇ ਰਹਿਣਗੇ ਕਿਉਂਕਿ ਉਹ ਉਸ ਤੱਤ ਨਾਲ ਜੁੜ ਗਏ ਹਨ ਜਿਹੜਾ ਸਾਰੀ ਕ੍ਰੀਏਸ਼ਨ ਦਾ ਫੰਡਾਮੈਂਟਲ ਰੂਲ ਹੈ। ਇਸ ਕਰਕੇ ਉਹਨਾਂ ਨੂੰ ਫਿਕਰ ਨਹੀਂ ਹੈ ਕੁਛ ਵੀ, ਇੱਕ ਆਜ਼ਾਦ ਮਨ ਹੈ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਸੀਸਗੰਜ ਸਾਹਿਬ ਵਿੱਚ ਉਹਨਾਂ ਨੂੰ ਕਹਿ ਰਹੇ ਹਨ, ਤੁਸੀਂ ਚਲੇ ਜਾਓ, ਇਹਨਾਂ ਨੇ ਮੈਨੂੰ ਛੱਡਣਾ ਨਹੀਂ ਹੈ, ਔਰ ਉਹ ਨਹੀਂ ਜਾਂਦੇ ਹਨ। ਭਾਈ ਮਤੀ ਦਾਸ ਦੀ ਗੱਲ ਤਾਂ ਆਰੇ ਨਾਲ ਚਿਰਾਏ ਹੋਏ ਦੋਏ ਤਨ ਤੇ ਜਪਜੀ ਪੜੇ, ਦੇਖਤ ਸਭ ਅਚਰਜ ਬੜੇ। ਆਰੇ ਨਾਲ ਚੀਰਿਆ ਜਾ ਰਿਹਾ ਹੈ, ਦੋ ਹਾਫ ਹੋ ਰਹੇ ਹਨ, ਦੋਨਾਂ ਤਨਾਂ ਤੋਂ ਜਪਜੀ ਦੀ ਆਵਾਜ਼ ਆ ਰਹੀ ਹੈ। ਇਹ ਕੀ ਮਤਲਬ ਹੈ? ਇਹ ਉਸ ਸ਼ਬਦ ਦੀ ਇੰਟਰਨਲਾਈਜੇਸ਼ਨ ਹੈ ਜਿਸ ਨੂੰ ਸਾਹਿਬ ਸਾਨੂੰ, ਜਿਹਦੇ ਵੱਲ ਸਾਨੂੰ ਪ੍ਰੇਰਦੇ ਹਨ। ਲੈਟ ਮੀ ਸੇ, ਭਾਈ ਮਤੀ ਦਾਸ ਦਾ PhD ਹਨ ਇਹਦੇ ਵਿੱਚ। ਅਸੀਂ ਲੋਕ ਤਾਂ ਸ਼ਾਇਦ ਹੁਣ ਸ਼ਬਦ ਨੂੰ ਸੁਣਨਾ ਔਰ ਸਮਝਣਾ ਔਰ ਜਾਣਨਾ ਸ਼ੁਰੂ ਕੀਤਾ ਹੈ, ਪਰ ਇਸ ਐਕਸਪੀਰੀਅੰਸ ਵਿੱਚ ਇਹ ਰਿਵੀਲ ਹੋ ਸਕਦਾ ਹੈ ਜਿਹਦੇ ਵਿੱਚ ਉਸ ਦਾ ਸਰੀਰ ਵੀ ਉਹਨਾਂ ਦਾ ਲਿਆ ਜਾ ਰਿਹਾ ਹੈ, ਉਹਨਾਂ ਤੋਂ ਕੁਛ ਵੀ ਨਹੀਂ ਲਿਆ ਜਾ ਰਿਹਾ, ਉਹਨਾਂ ਦਾ ਆਨੰਦ ਨਹੀਂ ਲਿਜਾ ਸਕਦੇ ਤੁਸੀਂ। ਔਰ ਜ਼ਫਰਨਾਮਾ ਇੱਕ ਲੈਟਰ ਆਫ ਵਿਕਟਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਹਨ, ਜਦੋਂ ਔਰੰਗਜ਼ੇਬ ਨੂੰ ਲੱਗਦਾ ਹੈ ਉਹਨਾਂ ਨੇ ਸਾਹਿਬ ਨੂੰ ਹਰਾਤਾ, ਉਹਨਾਂ ਦੀ ਜਗ੍ਹਾ ਲੈ ਲਈ, ਉਹਨਾਂ ਦੇ ਬੱਚੇ ਵਾਰ ਦਿੱਤੇ, ਸ਼ਹੀਦ ਕਰ ਦਿੱਤੇ, ਤਾਂ ਇਹਨਾਂ ਦਾ ਤੇ ਆਨੰਦ ਮੈਂ ਲੈ ਲਿਆ, ਇਹਨਾਂ ਦੀ ਖੁਸ਼ੀ ਤਾਂ ਮੈਂ ਲੈ ਲਈ। ਤਾਂ ਗੁਰੂ ਸਾਹਿਬ ਜ਼ਫਰਨਾਮਾ ਵਿੱਚ ਹੈਡਿੰਗ ਲਿਖਦੇ ਹਨ, ਲੈਟਰ ਆਫ ਵਿਕਟਰੀ। ਮੈਂ ਹਾਰਿਆ ਨਹੀਂ ਹਾਂ, ਹਾਰਿਆ ਤੂੰ ਹੈ। ਕਿਉਂਕਿ ਮਨ ਦੀ ਲੈਵਲ 'ਤੇ ਅਗਰ ਕਿਸੇ ਕੋਲ ਰਿਅਲਾਈਜੇਸ਼ਨ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੈ। ਇਸ ਜੰਗ ਵਿੱਚ ਉਹ ਜਿੱਤੇ ਉਤਰੇ ਹਨ ਔਰ ਜਿੱਤੇ ਹੀ ਜਾਣਗੇ। ਔਰ ਜਦੋਂ ਸਪੈਨ ਆਫ ਟਾਈਮ ਵਿੱਚ ਅਸੀਂ ਦੂਰ ਤੋਂ ਦੇਖਦੇ ਹਾਂ ਤਾਂ ਅੱਜ ਸਾਨੂੰ ਨਜ਼ਰ ਆਉਂਦਾ ਹੈ ਔਰੰਗਜ਼ੇਬ ਦੇ ਘਰ ਅੱਜ ਖੰਡਰ ਬਣ ਗਏ ਹਨ। ਕਿੱਥੇ ਹੈ ਔਰੰਗਜ਼ੇਬ? ਔਰ ਜ਼ਫਰਨਾਮਾ ਵਿੱਚ ਸਾਹਿਬ ਲਿਖਦੇ ਹਨ, ਕੁਜਾ ਸ਼ਾਹ ਕਹਿ ਖੁਸਰੋ ਜਾਮ ਜੰਗ, ਕੁਜਾ ਸ਼ਾਹ ਆਦਮ ਸਪੁਰਦੇ ਅਦਮ। ਕਿਧਰ ਗਏ? ਕਿਧਰ ਅਕਬਰ, ਕਿਧਰ ਬਾਬਰ, ਕਿਧਰ ਹੁਮਾਯੂੰ? ਸਪੁਰਦੇ ਅਦਮ। ਸਮੇਂ ਨਾਲ ਸਭ ਗਏ, ਪਰ ਉਹ ਨਹੀਂ ਗਿਆ ਜਿਸ ਨੇ ਨਾਮ ਔਰ ਸ਼ਬਦ ਦੇ ਨਾਲ ਵਾਹ ਪਾ ਲਿਆ। ਸਾਹਿਬ ਲਿਖਦੇ ਹਨ, ਚੂਕਾਰ ਅਜ਼ਹੁਮਾ ਕਿਹਾ ਸ਼ੁੱਧ ਕੇ ਚਾਂ ਬਚਕਾਂ ਕੁਛ ਤੇ ਚਾਰ। ਤੈਨੂੰ ਕੀ ਦਖਦਾ ਹੈ ਕਿ ਤੂੰ ਮੇਰੇ 4 ਬੱਚੇ ਖੋ ਦਿੱਤੇ? ਕਿਹਾ ਸ਼ੁੱਧ ਕੇ ਚਾਂ ਬਚਕਾਂ ਕੁਛ ਤੇ ਚਾਰ, ਕਿ ਬਾਕੀ ਬੇਮਾ ਦਸ ਪੇਚੀ ਦਾ ਮਾਰ। ਪਰ ਮੇਰੇ ਤੇ ਇੱਥੇ ਬੜੇ ਪ੍ਰੇਮੀ ਪੁੱਤਰ ਨੇ,
ਮਾਰ ਕਹਿੰਦੇ ਨੇ ਸੱਪ ਪਰਜਨ ਵਿੱਚ। ਇਹ ਕੁੰਡਲਨੀ ਸੱਪ ਜਿਹੜਾ ਖਾਲਸਾ ਹੈ, ਤੂੰ ਇਹਦਾ ਕੀ ਕਰੇਂਗਾ? ਔਰ ਉਹੀ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਤੋਂ ਇੱਟ ਬਜਾਈ। ਜਦੋਂ ਮੈਂ ਆਪ ਨੂੰ ਇਹ ਐਕਸਪਲੇਨ ਕਰ ਰਿਹਾ ਹਾਂ ਕਿ ਸ਼ਬਦ ਔਰ ਨਾਮ ਦਾ ਐਕਸਪੀਰੀਅੰਸ ਦਾ ਪੋਟੈਂਸ਼ੀਅਲ ਲਾਈਫ ਵਿੱਚ ਕੀ ਹੈ। ਸ਼ਬਦ ਔਰ ਨਾਮ ਨਾਲ ਸਾਡੇ ਜੀਵਨ ਵਿੱਚ ਉਹ ਪ੍ਰੇਮ ਉਤਰਦਾ ਹੈ ਜਿਹੜੇ ਲਾਈਫ ਨੂੰ ਲਿਮਿਟਲੈਸ ਬਣਾ ਦਿੰਦਾ ਹੈ, ਜਿਹੜੇ ਇਸ ਜੀਵਨ ਦੀ ਐਸਿਡਿਟੀ ਨੂੰ ਖ਼ਤਮ ਕਰ ਦਿੰਦਾ ਹੈ ਔਰ ਇਸ ਐਕਸਪੀਰੀਅੰਸ ਨੂੰ ਇੱਕ ਸੈਲੀਬ੍ਰੇਸ਼ਨ ਬਣਾ ਦਿੰਦਾ ਹੈ। ਤਾਂ ਹੀ ਪਰਉਪਕਾਰ ਅਸੀਂ ਕਰ ਪਾਵਾਂਗੇ ਜੀਵਨ ਵਿੱਚ, ਜਦੋਂ ਅਸੀਂ ਨਾਮ ਔਰ ਸ਼ਬਦ ਨੂੰ ਪੂਰੀ ਤਰ੍ਹਾਂ ਅਭਿਆਸ ਵਿੱਚ ਲਿਆਵਾਂਗੇ। ਤਾਂ ਹੀ ਅਸੀਂ ਜੀਵਨ ਨੂੰ ਜਾਣ ਪਾਵਾਂਗੇ, ਤਾਂ ਹੀ ਅਸੀਂ ਆਪਣੇ ਜੀਵਨ ਦੇ ਸੋਲਿਊਸ਼ਨਸ ਵੀ ਕੱਢ ਪਾਵਾਂਗੇ, ਜਦੋਂ ਨਾਮ ਔਰ ਸ਼ਬਦ ਵੱਲ ਲੀਨ ਹੋ ਕੇ ਇਹਨੂੰ ਜੀਵਨ ਦਾ ਹਿੱਸਾ ਬਣਾਵਾਂਗੇ। ਮਨ ਦੀ ਲੈਵਲ ਵਿੱਚ ਮਨ ਨੂੰ ਜੋੜਾਂਗੇ। ਇਸ ਕਰਕੇ ਮਨ ਦੀ ਹਾਜ਼ਰੀ ਔਰ ਮਨ ਦੀ ਸਟੈਬਿਲਿਟੀ ਇਹਨਾਂ ਐਸਪੈਕਟ ਵਿੱਚ ਜ਼ਰੂਰੀ ਹੈ, ਜਿਹੜੀ ਸਾਹਿਬ ਇੱਥੇ ਕਹਿ ਰਹੇ ਹਨ, ਅੰਤਰ ਸ਼ਬਦ। ਮਨ ਦੇ ਅੰਦਰ ਸ਼ਬਦ। ਅਗਰ ਮਨ ਦੁਫਾੜ ਹੋਏਗਾ, ਡਿਵਾਈਡਡ ਮਾਈਂਡ ਹੋਏਗਾ, ਵੌਂਡਰਿੰਗ ਮਾਈਂਡ ਹੋਏਗਾ, ਤਾਂ ਉਹ ਸ਼ਬਦ ਦੇ ਐਕਸਪੀਰੀਅੰਸ ਨੂੰ ਨਹੀਂ ਜੀ ਪਾਏਗਾ, ਕਿਉਂਕਿ ਉਹ ਨਿਰੰਤਰ ਸ਼ਬਦ ਨਾਲ ਜੁੜਿਆ ਹੈ। ਫਿਰ ਮਨ ਇੱਕ ਤਾਰ। ਜਿਵੇਂ ਯੋਗੀ ਕੋਈ ਮੁੰਦਰਾ ਦੀ ਗੱਲ ਕਰ ਰਹੇ ਹਨ, ਸਾਹਿਬ ਕਹਿ ਰਹੇ ਹਨ, ਮੇਰੇ ਮਨ ਨੂੰ ਸ਼ਬਦ ਨਾਲ ਬੰਨ੍ਹ ਦਿੱਤਾ। ਇਹ ਗੁਰਮੁਖ ਦੀ ਮੁੰਦਰਾ ਹੈ। ਇਹਦੇ ਨਾਲ ਹਉਮੈ ਚਲੀ ਗਈ, ਮਮਤਾ ਚਲੀ ਗਈ, ਉਹ ਐਸਪੈਕਟ ਚਲੇ ਗਏ ਜਿਹਦੇ ਨਾਲ ਇਨਸਟੇਬਿਲਿਟੀ ਮੇਰੇ ਲਾਈਫ ਦੀ ਆਉਂਦੀ ਹੈ। ਦੂਰ ਕਰੀ, ਇਹ ਦੂਰ ਚਲੇ ਗਏ। ਹਉਮੈ ਨੂੰ ਹੁਣ ਮੈਂ ਯੂਜ਼ ਕਰ ਸਕਦਾ ਐਜ਼ ਏ ਟੂਲ, ਬਟ ਹਉਮੈ ਮੇਰਾ ਹੁਣ ਮਾਲਕ ਨਹੀਂ ਰਹਿ ਗਈ। ਮੇਰੇ ਮਨ ਦੇ ਜੋ ਅਸਲ ਗਿਆਨ ਹਨ, ਮੈਂ ਉਹਨਾਂ ਨੂੰ ਜਾਣ ਲਿਆ ਹੈ, ਤਾਂ ਮੈਂ ਹਉਮੈ ਨੂੰ ਯੂਜ਼ ਤਾਂ ਕਰਾਂਗਾ, ਹਉਮੈ ਮੈਨੂੰ ਨਹੀਂ ਯੂਜ਼ ਕਰੇਗੀ। ਹੁਣ ਸਾਹਿਬ ਫਿਰ ਸਮਝਾਉਂਦੇ ਹਨ, ਕਾਮ ਕ੍ਰੋਧ ਹੰਕਾਰ ਨਿਵਾਰੇ, ਗੁਰ ਕੇ ਸ਼ਬਦ ਸੁਸਮਝ ਪਰੀ। ਗੁਰੂ ਦੇ ਸ਼ਬਦ ਦੀ ਗੱਲ ਫਿਰ ਚੱਲਦੀ ਹੈ। ਜਿਵੇਂ ਸਾਹਿਬ ਨੇ ਆਪਣੇ ਸਿੱਖਾਂ ਨੂੰ ਬੁਲਾ ਲਿਆ ਹੈ ਔਰ ਸ਼ਬਦ ਦੇ ਸਾਥ ਨਾਲ ਬੈਠ ਕੇ ਬਾਰ-ਬਾਰ ਦੱਸਦੇ ਪਏ ਹਨ, ਜੀਵਨ ਨੂੰ ਸਮਝਣਾ ਹੈ, ਸ਼ਬਦ ਨੂੰ ਸਮਝ ਕੇ ਚੱਲਣਾ। ਮੈਨੂੰ ਮਿਲਣਾ ਹੈ, ਸ਼ਬਦ ਨੂੰ ਮਿਲਣਾ। ਆਪਣਾ ਉਧਾਰ ਕਰਨਾ ਹੈ, ਸ਼ਬਦ ਨੂੰ ਮਿਲਣਾ। ਪ੍ਰੇਮ ਨੂੰ ਮਿਲਣਾ ਹੈ, ਸ਼ਬਦ ਨੂੰ ਮਿਲਣਾ। ਆਨੰਦ ਨੂੰ ਮਿਲਣਾ ਹੈ, ਸ਼ਬਦ ਨੂੰ ਮਿਲਣਾ। ਸਾਹਿਬ ਕਹਿੰਦੇ ਨੇ, ਕਾਮ ਔਰ ਕ੍ਰੋਧ ਹੰਕਾਰ ਨਿਵਾਰ ਗਏ। ਕਾਮ ਕ੍ਰੋਧ ਅਸੀਂ ਸਾਰੇ ਭਟਕਦੇ ਹਾਂ ਇਹਨਾਂ ਪ੍ਰੋਬਲਮਸ ਕਰਕੇ। ਕੋਈ ਕਹਿੰਦਾ ਹੈ ਮੈਨੂੰ ਗ੍ਰਸਤ ਹਾਂ ਮੈਂ ਡਿਜ਼ਾਇਰਸ ਦੇ ਨਾਲ। ਕਾਮ ਨੂੰ ਅਸੀਂ ਡਿਜ਼ਾਇਰ ਜਾਣੀਏ ਕਿ ਬਾਹਰ ਵੱਲ ਭਵਦਾ ਹੈ ਮਨ ਭਟਕ ਰਿਹਾ ਹੈ। ਕਿੱਥੇ ਭਟਕ ਰਿਹਾ? ਡਿਜ਼ਾਇਰਸ ਦੇ ਵਿੱਚ। ਕੀ ਲੱਭਦਾ ਹੈ ਮਨ? ਇਹਨਾਂ ਡਿਜ਼ਾਇਰਸ ਤੋਂ ਕੀ ਲੱਭਦਾ ਹੈ? ਇਸ ਭ੍ਰਮਣ ਤੋਂ ਕੀ ਲੱਭ ਰਿਹਾ ਹੈ? ਹੈਪੀਨੈਸ ਲੱਭ ਰਿਹਾ ਹੈ, ਮਨ ਦੀ ਖੁਸ਼ੀ ਲੱਭ ਰਿਹਾ ਹੈ। ਜਿਵੇਂ ਕੋਈ ਦੂਰ ਤੋਂ ਕੋਈ ਸਾਨੂੰ ਐਕਸਪੀਰੀਅੰਸ ਦਿਖਦਾ ਹੈ, ਅਸੀਂ ਕਹਿੰਦੇ ਹਾਂ ਇਹ ਚੀਜ਼ ਮਿਲ ਜਾਏ ਤਾਂ ਕਿਤਨਾ ਆਨੰਦ ਆਏਗਾ। ਪਰ ਕਿਸੇ ਵਸਤੂ ਨਾਲ ਕੋਈ ਬਹੁਤ ਜ਼ਿਆਦਾ ਦੇਰ ਆਨੰਦ ਨਹੀਂ ਆਉਂਦਾ। ਅੰਦਰ ਦੀ ਖੁਸ਼ੀ ਜਿਹੜੀ ਆਨੰਦ ਦੀ ਹੈ, ਉਸੇ ਸੋਰਸ ਤੋਂ ਹੈਪੀਨੈਸ ਆ ਕੇ ਬਾਹਰ ਰਿਫਲੈਕਟ ਹੋ ਜਾਂਦੀ ਹੈ ਥੋੜ੍ਹੀ ਦੇਰ ਲਈ। ਪਰ ਕੋਈ ਵੀ ਕੰਡੀਸ਼ਨ ਆਫ ਸੁੱਖ ਦੁਖਦਾਈ ਹਿੱਸਾ ਹੈ। ਮੈਨੂੰ ਕਿਸੇ ਚੀਜ਼ ਨੇ ਸੁੱਖ ਦਿੱਤਾ, ਜਦੋਂ ਜਾਏਗੀ ਦੁੱਖ ਬਣ ਜਾਏਗਾ। ਸੋ ਸੁੱਖ ਔਰ ਦੁੱਖ ਦੋਨੋਂ ਇਕੱਠੇ ਚੱਲਦੇ ਹਨ ਇਸ ਪਲੇਨ ਵਿੱਚ। ਦੁਨੀਆ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੈ ਜਿਹੜਾ ਐਬਸੋਲੂਟ ਹੋਏ, ਜਿਹੜਾ ਸਦਾ ਲਈ ਹੋਏ। ਇੱਥੇ ਤੇ ਸਾਰੇ ਐਕਸਪੀਰੀਅੰਸਿਸ ਟ੍ਰਾਂਜ਼ਿਟਰੀ ਹਨ। ਇੱਥੇ ਸਾਰੀ ਨੌਲੇਜ, ਸਾਰੀ ਅਵੇਅਰਨੈਸ ਟ੍ਰਾਂਜ਼ਿਟਰੀ ਹੈ। ਕੇਵਲ ਮਨ ਦੇ ਵਿੱਚ ਉਹ ਗਿਆਨ ਹੈ ਜਿਹੜਾ ਸਦਾ ਲਈ ਹੈ। ਗਿਆਨ ਮਨ ਦੇ ਤੱਤ ਨੂੰ ਜਾਣ ਲੈਣਾ, ਮਨ ਦੇ ਸੱਚ ਨੂੰ ਜਾਣ ਲੈਣਾ, ਉਹ ਹੈ ਪਰਮਾਨੈਂਟ ਨੌਲੇਜ ਆਫ ਲਾਈਫ। ਤਾਂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀਆਂ ਮੁਸੀਬਤਾਂ ਨੇ ਜਿਹਦੇ ਕਰਕੇ ਮੈਂ ਭਟਕ ਰਿਹਾ ਹਾਂ, ਡਿਜ਼ਾਇਰਸ ਨੇ ਜਿਹਦੇ ਕਰਕੇ ਮੈਂ ਸੋਲਿਊਸ਼ਨਸ ਲੱਭਣ ਦੀ ਕੋਸ਼ਿਸ਼ ਕਰਦਾ ਹਾਂ, ਜਾਂ ਕ੍ਰੋਧ ਹੈ ਜਿਹੜਾ ਮੈਨੂੰ ਵਸ ਕਰ ਪਿਆ। ਮੇਰੀ ਡਿਜ਼ਾਇਰਸ ਜਦੋਂ ਵਿਘਨ ਬਣਦੇ ਆ ਤਾਂ ਕ੍ਰੋਧ ਆਉਂਦਾ ਹੈ ਮੈਨੂੰ। ਮੈਂ ਕੁਝ ਚੀਜ਼ ਪਾਉਣਾ ਚਾਹੁੰਦਾ ਹਾਂ ਜਾਂ ਕੁਝ ਚੀਜ਼ ਜੋ ਮੇਰੇ ਕੋਲ ਹੈ ਉਹ ਕਿਤੇ ਚਲੀ ਨਾ ਜਾਏ, ਉਹਨੂੰ ਰੋਕਣਾ ਚਾਹੁੰਦਾ ਹਾਂ, ਇੱਥੋਂ ਕ੍ਰੋਧ ਆਉਂਦਾ ਹੈ।
ਆਈ ਐਮ ਲੂਜ਼ਿੰਗ ਕੰਟਰੋਲ, ਕ੍ਰੋਧ ਆ ਜਾਂਦਾ ਹੈ। ਤਾਂ ਇਹ ਚੀਜ਼ਾਂ ਚਲੀਆਂ ਗਈਆਂ ਕਿਉਂਕਿ ਹੰਕਾਰ ਵੀ ਨਾਲ ਗਿਆ। ਸੋਲਿਊਸ਼ਨਸ ਮਿਲ ਗਏ ਇਹਨਾਂ ਤੋਂ, ਮੈਂ ਆਜ਼ਾਦ ਹੋ ਗਿਆ ਇਹਨਾਂ ਤੋਂ, ਕਾਮ ਔਰ ਕ੍ਰੋਧ ਤੋਂ ਮੈਂ ਆਜ਼ਾਦ ਹੋ ਗਿਆ। ਗੁਰ ਕੇ ਸ਼ਬਦ ਸੂ ਸਮਝ ਪਰੀ, ਇਹ ਕਿੱਥੋਂ ਸਮਝ ਆਈ? ਜਦੋਂ ਗੁਰੂ ਦੇ ਸ਼ਬਦ ਵਿੱਚ ਮਨ ਲੀਨ ਹੋ ਗਿਆ, ਅੰਤਰ ਸ਼ਬਦ ਵਿੱਚ ਆ ਗਿਆ। ਜਦੋਂ ਮੇਰਾ ਇਕਾਗਰ ਮਨ ਸ਼ਬਦ ਦੇ ਰੂਪ ਵਿੱਚ ਸ਼ਬਦ ਹੋ ਗਿਆ, ਗੁਰਬਾਣੀ ਬਣੀਏ। ਗੁਰਬਾਣੀ ਬਣਿਆ ਕਿਵੇਂ ਜਾ ਸਕਦਾ? ਜਦ ਮੈਂ ਨਹੀਂ ਹੋਵਾਂਗਾ ਤਾਂ ਗੁਰਬਾਣੀ ਬਣ ਜਾਵਾਂਗਾ। ਮੇਰੀ ਹੰਕਾਰ ਜਦੋਂ ਗਿਰ ਜਾਏਗਾ ਤਾਂ ਗੁਰਬਾਣੀ ਦੇ ਵਿੱਚ ਜਦੋਂ ਮਨ ਲੀਨ ਹੋਏਗਾ ਤਾਂ ਗੁਰਬਾਣੀ ਬਣ ਜਾਏਗਾ। ਮੈਂ ਨਹੀਂ ਉੱਥੇ ਹੋ ਸਕਦਾ ਜਿੱਥੇ ਗੁਰਬਾਣੀ ਹੈ, ਤਾਂ ਗੁਰਬਾਣੀ ਹੀ ਹੋਏਗੀ। ਬਾਣੀ ਬਣੀਏ, ਇਹ ਆਦੇਸ਼ ਗੁਰੂ ਕਰ ਰਿਹਾ ਹੈ। ਮੈਂ ਮਨ ਨੂੰ ਝੂਠ ਤੋਂ ਪਰੇ ਕਰਕੇ ਇਕਾਗਰ ਮਨ ਨੂੰ ਸ਼ਬਦ ਨਾਲ ਜੋੜਿਆ ਔਰ ਸ਼ਬਦ ਦਾ ਰੂਪ ਹੋ ਗਿਆ। ਹੁਣ ਆਜ਼ਾਦ ਹੋ ਗਿਆ। ਇਹੋ ਜਿਹੀ ਅਵਸਥਾ ਮੈਨੂੰ ਮਿਲ ਗਈਆਂ ਜਿਹਦੇ ਨਾਲ ਮੈਨੂੰ ਆਨੰਦ ਮਿਲ ਗਿਆ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਇਸ ਤੋਂ ਜ਼ਿਆਦਾ ਕਲੀਅਰ ਗਾਈਡੈਂਸ ਕੀ ਹੋ ਸਕਦੀ ਹੈ? ਇਹ ਗੁਰੂ ਨੇ ਮਤ ਮੈਨੂੰ ਦਿੱਤੀ ਹੈ ਕਿ ਜਾਪ ਕਰਨ ਨਾਲ, ਨਾਮ ਦੇ ਅਭਿਆਸ ਕਰਨ ਨਾਲ, ਜਪ ਹਰ ਭਵ ਜਲ ਤਰਨਾ, ਇਸ ਦੁਨੀਆ ਤੋਂ ਪਾਰ ਚਲੇ ਜਾਵਾਂਗੇ। ਦੁਨੀਆ ਦੇ ਟ੍ਰਾਂਜ਼ਿਟਰੀ ਵਰਲਡ ਤੋਂ ਪਰਮਾਨੈਂਟ ਵਰਲਡ ਵਿੱਚ ਚਲੇ ਜਾਵਾਂਗੇ। ਸੁੱਖ ਔਰ ਦੁੱਖ ਦੀ ਦੁਨੀਆ ਨੂੰ ਛੱਡ ਕੇ ਆਨੰਦ ਦੀ ਦੁਨੀਆ ਵਿੱਚ ਚਲੇ ਜਾਵਾਂਗੇ। ਇੱਕ ਕਨਫਿਊਜ਼ਡ ਸਟੇਟ ਤੋਂ ਹਟ ਕੇ ਅਸੀਂ ਐਬਸੋਲੂਟ ਕਲੈਰਿਟੀ ਵਿੱਚ ਉਤਰ ਜਾਵਾਂਗੇ। ਇਹ ਜਿੱਥੇ ਅਸੀਂ ਲਵ ਔਰ ਹੇਟ ਦੀ ਟ੍ਰੈਜਡੀ ਨੂੰ ਛੱਡ ਕੇ ਪ੍ਰੇਮ ਦੇ ਵਿੱਚ ਉਤਰ ਜਾਵਾਂਗੇ, ਜਿਹੜਾ ਸਦਾ ਲਈ ਹੈ। ਤਾਂ ਇਹ ਜਿਹੜੀ ਗੱਲ ਸਾਹਿਬ ਸਾਨੂੰ ਸਮਝਾ ਰਹੇ ਹਨ, ਜਿਹੜੀ ਗੱਲ ਹੁਣ ਹਜੂਰ ਸਾਨੂੰ ਦੱਸਦੇ ਹਨ, ਉਹ ਇਹੀ ਦੱਸਦੇ ਹਨ ਕਿ ਜੀਵਨ ਵਿੱਚ ਨਾਮ ਔਰ ਸ਼ਬਦ ਦੇ ਰਸਤੇ ਅਸੀਂ ਹੰਕਾਰ, ਕਾਮ, ਕ੍ਰੋਧ, ਇਹਨਾਂ ਇਨਸਟੇਬਿਲਿਟੀਜ਼ ਤੋਂ ਦੂਰ ਚਲੇ ਜਾਵਾਂਗੇ। ਇਹਨਾਂ ਨੂੰ ਅਸੀਂ ਤਿਆਗ ਦਿਆਂਗੇ ਕਿਉਂਕਿ ਸਾਡੇ ਮਨ ਵਿੱਚ ਪ੍ਰੇਮ ਉਤਰ ਜਾਏਗਾ। ਕਿਉਂਕਿ ਸਾਡੇ ਮਨ ਵਿੱਚ ਉਹ ਪ੍ਰੇਮ ਉਤਰੇਗਾ ਤਾਂ ਅਸੀਂ ਇਸ ਜੀਵਨ ਨੂੰ ਪੂਰੀ ਤਰ੍ਹਾਂ ਐਕਸਪੀਰੀਅੰਸ ਕਰ ਪਾਵਾਂਗੇ ਵਿਦਆਊਟ ਦੀਜ਼ ਐਬਰੇਸ਼ਨਸ। ਗੁਰੂ ਸਾਹਿਬ ਸਮਝਾ ਰਹੇ ਹਨ ਮਨ ਦੀ ਤਹਿ 'ਤੇ ਕਿਆ ਟਰਾਂਸਫੋਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ। ਖਿੰਥਾ ਔਰ ਝੋਲੀ ਦੋ ਗੱਲਾਂ ਯੋਗੀਆਂ ਨੇ ਕੀਤੀਆਂ ਜਿਹਦੇ 'ਚ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਿਆਗ ਕਿਵੇਂ ਕਰਦੇ ਹਾਂ। ਕਿ ਨਾ ਤਾਂ ਅਸੀਂ ਖਾਣਾ ਪਕਾਉਂਦੇ ਹਾਂ, ਤਾਂ ਅਸੀਂ ਝੋਲੀ ਅੱਡ ਕੇ ਖਾਣਾ ਮੰਗਦੇ ਹਾਂ। ਨਾਲ ਉਹ ਸਾਹਿਬ ਨੂੰ ਕਹਿੰਦੇ ਨੇ ਕਿ ਅਸੀਂ ਖਿੰਥਾ ਓੜ ਕੇ ਰੱਖਦੇ ਹਾਂ, ਯਾਦ ਰੱਖਦੇ ਹਾਂ ਕਿ ਮੌਤ ਆ ਜਾਏਗੀ। ਗੁਰੂ ਮਹਾਰਾਜ ਕਹਿੰਦੇ ਨੇ ਖਿੰਥਾ ਝੋਲੀ ਭਰਪੂਰ ਰਹੀਏ। ਜਦੋਂ ਅਸੀਂ ਸ਼ਬਦ ਦੇ ਵਿੱਚ ਭਰਪੂਰ ਕੰਪਲੀਟ ਨਿਰੰਕਾਰ ਦੀ ਅਵੇਅਰਨੈਸ ਦੇ ਵਿੱਚ ਬੈਠੇ ਹੁੰਦੇ ਹਾਂ ਜਾਂ ਸ਼ਬਦ ਦੇ ਔਰ ਉਹ ਨਾਮ ਦੀ ਸੰਗਤ ਵਿੱਚ ਬੈਠੇ ਹੁੰਦੇ ਹਾਂ ਤਾਂ ਨਾਨਕ ਤਾਰੇ ਏਕ ਰਹੀ ਏਕ ਹਰੀ। ਤਾਂ ਸਾਨੂੰ ਫਿਰ ਇਹੋ ਜਿਹੀ ਚੀਜ਼ਾਂ ਦੀ ਲੋੜ ਨਹੀਂ ਹੈ। ਸਾਨੂੰ ਉਹ ਭਰਪੂਰ ਦਿਖਦਾ ਹੈ, ਉਹਦੀ ਪ੍ਰੈਜ਼ੈਂਸ ਹਰ ਜਗ੍ਹਾ ਨਜ਼ਰ ਆਉਂਦੀ ਹੈ, ਉਹਦੀ ਅਵੇਅਰਨੈਸ ਸਾਨੂੰ ਹਰ ਜਗ੍ਹਾ ਮਿਲਦੀ ਹੈ। ਇਹ ਗੱਲ ਦੇਖਣ ਵਾਲੀ ਹੈ। ਕਿਵੇਂ ਮਿਲਦੀ ਹੈ? ਮੈਨੂੰ ਕਿਉਂ ਨਹੀਂ ਮਿਲਦੀ? ਗੁਰੂ ਕਹਿ ਰਹੇ ਮਿਲਦੀ ਹੈ। ਇਹ ਲੱਗਦਾ ਹੈ ਕਿ ਮਨ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਦਿਵ ਦ੍ਰਿਸ਼ਟੀ ਤਾਂ ਕਕਾਕਸ਼ੂ ਹੋਏ। ਦਿਵ ਦ੍ਰਿਸ਼ਟੀ ਮਨ ਦੀਆਂ ਅੱਖਾਂ ਹਨ। ਜਦੋਂ ਮਨ ਸੈਂਸਟਾਈਜ਼ ਹੋ ਗਿਆ ਨਾਮ ਨਾਲ ਤਾਂ ਉਸ ਨੂੰ ਐਬਿਲਿਟੀ ਆ ਗਈ ਪ੍ਰੈਜ਼ੈਂਸ ਫੀਲ ਕਰਨ ਦੀ, ਨੋ ਕਰਨ ਦੀ। ਉਹ ਇਸ ਤਰ੍ਹਾਂ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾਏਗਾ, ਇਹਨਾਂ ਸੈਂਸਿਸ ਨਾਲ ਨਹੀਂ ਦੇਖਿਆ ਜਾਏਗਾ। ਉਹ ਮਨ ਦੀ ਤਹਿ 'ਤੇ ਐਕਸਪੀਰੀਅੰਸ ਹੋ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਭਰਪੂਰ ਰਿਹਾ। ਉਹ ਪੂਰੀ ਤਰ੍ਹਾਂ ਹਰ ਜਗ੍ਹਾ ਰਹਿੰਦਾ ਹੈ। ਇਹੀ ਮੇਰਾ ਤਿਆਗ ਹੈ। ਇਸੇ ਤਰ੍ਹਾਂ ਮੈਂ ਤਿਆਗਦਾ ਹਾਂ ਜੀਵਨ ਨੂੰ ਕਿ ਉਹ ਘੱਟ ਘੱਟ ਸਮਾਇਆ ਹੈ। ਇਸ ਨੂੰ ਮੈਂ ਜਾਣ ਲਿਆ, ਉਸ ਐਕਸਪੀਰੀਅੰਸ ਨੂੰ ਮੈਂ ਜਾਣ ਲਿਆ ਤਾਂ ਮੈਂ ਜੀਵਨ ਦੀ ਰਿਐਲਿਟੀ ਜਾਣ ਲਿਆ। ਮੈਨੂੰ ਸੋਚ ਕੇ ਤਿਆਗ ਨਹੀਂ ਕਰਨਾ ਪਏਗਾ। ਮੈਨੂੰ ਤਾਂ ਪਤਾ ਹੀ ਹੈ ਕਿ ਜੀਵਨ ਹੈ, ਟ੍ਰਾਂਜ਼ਿਟਰੀ ਹੈ, ਕਿਉਂਕਿ ਮੈਂ ਉਸ ਰੀਅਲ ਇਸ਼ੂ ਨਾਲ ਬੰਨਿਆ ਗਿਆ ਹਾਂ। ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚੀ ਨਾਏ। ਧੰਨ ਗੁਰੂ ਨਾਨਕ ਸਾਹਿਬ ਜੀ।
ਸੱਚ ਦੀ ਗੱਲ ਕਰਦੇ ਹਨ। ਹੁਣ ਜਿਵੇਂ ਕਨਕਲੂਜਨ ਕਰ ਰਿਹਾ ਹੋਏ ਕੋਈ ਥਾਟ ਦਾ, ਆਪਣੇ ਨਿਰੰਕਾਰ ਦੀ ਗੱਲ ਕਰਦੇ ਹਨ ਕਿ ਉਹ ਸੱਚਾ ਹੈ, ਫੋਰਐਵਰ ਹੈ, ਸਟੇਬਲ ਹੈ, ਪਰਮਾਨੈਂਟ ਹੈ, ਉਹਦਾ ਸਟੇਟਸ ਵੀ ਸੇਮ ਹੈ, ਸੱਚ ਹੀ ਨਾਈ, ਉਹਦਾ ਨਾਮ, ਉਹਦਾ ਸਟੇਟਸ ਉਸੇ ਤਰ੍ਹਾਂ ਸੱਚ ਹੈ, ਫੋਰਐਵਰ ਹੈ। ਪਰਖੇ ਗੁਰ ਕੀ ਬਾਤ ਖਰੀ। ਤੁਸੀਂ ਪਰਖਣਾ ਚਾਹੁੰਦੇ ਹੋ, ਸ਼ਬਦ ਔਰ ਨਾਮ ਨਾਲ ਸੰਗਤ ਕਰਕੇ ਦੇਖੋ, ਅਸੀਂ ਪਰਖ ਸਕਦੇ ਹਾਂ। ਇਸ ਐਕਸਪੀਰੀਅੰਸ ਵਿੱਚ ਪਰਖਿਆ ਜਾਏਗਾ। ਅਗਰ ਪਰਖਣਾ ਚਾਹੁੰਦੇ, ਇਫ ਵੀ ਵਾਂਟ ਟੂ ਟੈਸਟ ਦਿਸ ਥਾਟ, ਦੈਨ ਵੀ ਮਸਟ ਟਰਾਈ ਇਟ। ਨਾਮ ਔਰ ਸ਼ਬਦ ਨੂੰ ਅਸੀਂ ਬੰਨੀਏ ਆਪਣੇ ਜੀਵਨ ਨਾਲ, ਤਾਂ ਗੁਰੂ ਸਾਹਿਬ ਗਾਰੰਟੀ ਕਰ ਰਹੇ ਹਨ, ਪਰਖੇ ਗੁਰ ਕੀ ਬਾਤ ਖਰੀ, ਤਾਂ ਜਾਣ ਲਓਗੇ ਕਿ ਖਰੀ ਗੱਲ ਚੱਲ ਰਹੀ ਹੈ, ਇਹ ਸੱਚੀ ਕਸੌਟੀ ਦੀ ਗੱਲ ਚੱਲ ਰਹੀ ਹੈ, ਇਹ ਨਿਰੰਕਾਰ ਦੀ ਗੱਲ ਚੱਲ ਰਹੀ ਹੈ। ਦੇਖੋ ਹਜ਼ੂਰ ਬਾਰ-ਬਾਰ ਸੱਚ ਵੱਲ ਫਿਰ ਆ ਜਾਂਦੇ ਹਨ, ਔਰ ਨਾਮ ਔਰ ਸ਼ਬਦ ਦੇ ਤੋਂ ਬਹੁਤ ਦੂਰ ਨਹੀਂ ਜਾਂਦੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਹਲਕਾ ਨਾ ਸਮਝੀਏ। ਇਹ ਮਨ ਦੀ ਤਹਿ 'ਤੇ ਟਰਾਂਸਫਾਰਮਿੰਗ ਐਕਸਪੀਰੀਅੰਸਿਸ ਹਨ। ਇਹਨਾਂ ਤੋਂ ਕਾਲ ਫਤਿਹ ਹੋ ਸਕਦਾ ਹੈ, ਮੌਤ ਫਤਿਹ ਹੋ ਸਕਦੀ ਹੈ, ਇਸ ਸਰੀਰ ਤੋਂ ਫਰੀ ਹੋ ਸਕਦੇ ਹਾਂ ਅਸੀਂ। ਇਹ ਬਾਣੀ ਦੱਸਦੀ ਹੈ ਸਾਨੂੰ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਤਾਂ ਜਿਹੜੀ ਮਰਨੇ ਤੋਂ ਮੈਂ ਡਰ ਕੇ ਇਹ ਸੋਚਦਾ ਵਾਂ ਕਿ ਮੇਰੀ ਮੌਤ ਮੈਨੂੰ ਖ਼ਤਮ ਕਰ ਦੇਗੀ, ਉਸ ਨੂੰ ਭਗਤ ਕਬੀਰ ਕਹਿ ਰਹੇ ਹੈ ਕਿ ਇਹ ਤਾਂ ਸੈਲੀਬ੍ਰੇਸ਼ਨ ਹੈ ਭਾਈ। ਕਿਤਨਾ ਫਰਕ ਹੈ ਮੇਰੀ ਥਾਟ ਦੇ ਵਿੱਚ ਔਰ ਗੁਰੂ ਦੀ ਥਾਟ ਦੇ ਵਿੱਚ। ਫਰਕ ਕਾਰਨ ਕੀ ਹੈ? ਸ਼ਬਦ ਔਰ ਨਾਮ। ਮਨ ਦੀ ਤਹਿ 'ਤੇ ਸ਼ਬਦ ਔਰ ਨਾਮ ਦੇ ਐਕਸਪੀਰੀਅੰਸਿਸ ਹਨ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਏ। ਐਸੀ ਮਰਨੀ ਜੋ ਮਰੇ ਭੌਰ ਨਾ ਮਰਨਾ ਹੋਏ। ਉਹ ਤਾਂ ਕਹਿੰਦੇ ਹਨ ਕਿ ਮੌਤ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਮਰਨਾ ਨਹੀਂ ਜਾਣਦੇ, ਇਸ ਕਰਕੇ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਮੌਤ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਡਰ ਤੋਂ, ਜਿਸ ਆਈਡੀਓਲੋਜੀ ਨੂੰ ਅੱਜ ਯੋਗੀ ਸਾਨੂੰ ਦੱਸ ਰਹੇ ਹਨ, ਅਸੀਂ ਉਸੇ ਆਈਡੀਓਲੋਜੀ ਨੂੰ ਅਸੀਂ ਜੀ ਰਹੇ ਹਾਂ। ਉਹ ਕੀ ਆਈਡੀਓਲੋਜੀ ਹੈ? ਕਿ ਦੁਨੀਆ ਨੂੰ ਛੱਡਾਂਗੇ ਤਾਂ ਹੀ ਪੇਨ ਜਾਏਗੀ। ਅਸੀਂ ਪੇਨ ਨੂੰ ਫੇਸ ਕਰਕੇ ਰਾਜ਼ੀ ਨਹੀਂ। ਐਂਡ ਦੀ ਅਲਟੀਮੇਟ ਪੇਨ ਆਫ ਲਾਈਫ ਫॉर ਅਸ ਇਜ਼ ਡੈਥ। ਤਾਂ ਅਸੀਂ ਡੈਥ ਨੂੰ ਅਵੋਇਡ ਕਰਦੇ ਹਾਂ। ਸੋ ਵੀ ਡੋਂਟ ਨੋ ਵਾਟ ਇਜ਼ ਐਕਚੁਅਲੀ ਡੈਥ, ਕਿਉਂਕਿ ਅਸੀਂ ਕਦੇ ਫੇਸ ਹੀ ਨਹੀਂ ਕਰਦੇ। ਇਟਸ ਟੂ ਪੇਨਫੁਲ ਟੂ ਫੇਸ। ਸੋ all our life we have built around us to move away from this experience of death. But ਗੁਰਮੁਖ ਮਾਰਗ ਵਿੱਚ ਉਹ ਕਹਿੰਦੇ ਹਨ ਕਿ ਮੌਤ ਉਸ ਲੈਵਲ 'ਤੇ ਆਏਗੀ ਕਿ ਜਦੋਂ ਮਰਨਾ ਨਹੀਂ ਪਏਗਾ। ਉਹ ਕਿਸ ਤਰ੍ਹਾਂ ਆਏਗੀ? ਕਿਉਂਕਿ ਜਿਹੜਾ ਮਨ ਟ੍ਰਾਂਜ਼ਿਟਰੀ ਹੈ ਉਹ ਮੇਰੀ ਫਾਊਂਡੇਸ਼ਨ ਹੀ ਨਹੀਂ ਰਹਿੰਦਾ। ਜਿਹੜਾ ਮਨ ਪਰਮਾਨੈਂਟ ਹੈ ਉਹ ਮੇਰੀ ਫਾਊਂਡੇਸ਼ਨ ਆਫ ਲਾਈਫ ਰਹਿੰਦਾ ਹੈ। ਉਹ ਕੀ ਹੈ? ਨਾਮ ਔਰ ਸ਼ਬਦ। ਜੀਵਨ ਵਿੱਚ ਬਾਰ-ਬਾਰ ਨਾਮ ਔਰ ਸ਼ਬਦ ਦੀ ਕਮਾਈ ਵੱਲ ਗੁਰੂ ਸਾਨੂੰ ਪ੍ਰੇਰਦੇ ਹਨ। ਇਸ ਕਰਕੇ ਅਸੀਂ ਇਹਨਾਂ ਦੋਨਾਂ ਸ਼ਬਦਾਂ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ, ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਔਰ ਫਿਰ ਸ਼ਬਦ ਦੇ ਅਭਿਆਸ ਵਿੱਚ ਮਨ ਨੂੰ ਲੀਨ ਕਰਨ ਦੀ ਕੋਸ਼ਿਸ਼ ਕਰੀਏ। ਅੱਜ ਦੀ ਵਿਚਾਰ ਇਹ 10ਵੀਂ ਪੌੜੀ ਤੱਕ ਹੀ ਹੈ। ਆਪ ਮੇਰੇ ਵਿਚਾਰ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ क्षमा करनिया। कोई सुधार करना चाहे मोस्ट वेलकम, कोई कुछ कहना चाहे प्लीज़। वाहिगुरु जी का खालसा, वाहिगुरु जी की फतेह।